ਇਹ ਸੇਮ ਫੈਮਿਲੀ ਦੀ ਹੈ ਜਿਹੜੀ ਫੈਮਿਲੀ ਜਿਹੜੀ ਇਹਨਾਂ ਕਰੋਨਾ ਵਾਇਰਸ ਇਹਦੀ ਨਾਂ ਕਿਉਂ ਰੱਖਿਆ ਗਿਆ ਕਿਉਂਕਿ ਇਹਦੀ ਸ਼ੇਪ ਜਿਹੜੀ ਹੈ ਨਾ ਅੰਡਰ ਮਾਈਕਰੋਸਕੋਪ ਇਹਦੇ ਸਿਰ 'ਤੇ ਨਾ ਜਿਸ ਤਰ੍ਹਾਂ ਹੁੰਦੇ ਨਾ ਸਿਤਾਰੇ ਜਿਹੇ ਲਾਏ ਨੇ ਕਿ ਜਿਸ ਤਰ੍ਹਾਂ ਇਹਦਾ ਨਾਂ ਹੀ ਰੱਖਿਆ ਵੀ ਕਰਾਊਨ ਵਾਂਗੂ ਇਹਦੀ ਸ਼ਕਲ। ਇਹ ਜਿਹੜੀ ਕਰੋਨਾ ਵਾਇਰਸ ਹੈ ਇਹ ਪਹਿਲਾਂ ਆਈ ਸੀ 2003 ਦੇ ਵਿੱਚ, ਫਿਰ ਆਈ ਸੀ 2009 ਦੇ ਵਿੱਚ, ਅਤੇ ਉਸ ਟਾਈਮ ਦੇ ਵਿੱਚ ਵੀ ਇਹਦਾ ਕੋਈ ਗੱਲ ਨਹੀਂ ਸੀ ਬਣੀ। ਤੀਜੀ ਵਾਰੀ ਜਿਹੜੀ ਆਈ ਹੈ ਇਹ ਬਹੁਤ ਜ਼ੋਰ ਨਾਲ ਫੈਲੀ ਹੈ ਕਿਉਂਕਿ ਇਹਦਾ ਹਿਊਮਨ ਟੂ ਹਿਊਮਨ ਟਰਾਂਸਮਿਸ਼ਨ ਜਿਹੜਾ ਬੜਾ ਖਤਰਨਾਕ ਸੀ। ਪਰ ਇਹਦੇ ਦਰਮਿਆਨ ਇਹ ਵੇਖਿਆ ਗਿਆ ਕਿ ਜਿਹੜਾ ਮੋਡ ਆਫ ਟਰਾਂਸਮਿਸ਼ਨ ਸਾਰੇ ਕਹਿ ਰਹੇ ਸੀ ਕਿ ਇਨਕਲੂਡਿੰਗ WHO ਵੀ ਇਹ ਡ੍ਰੌਪਲੈਟ ਨਾ ਹੋ ਰਿਹਾ। ਜਿਹੜੀ ਚੀਜ਼ ਕਨਫਰਮੇਸ਼ਨ ਹੋਈ ਹੈ ਉਹ ਬਾਈ ਡ੍ਰੌਪਲੈਟ ਹੈਗੀ ਹੈ ਜਾਂ ਬਾਈ ਹੈਂਡ ਸ਼ੇਕਿੰਗ ਜਾਂ ਤੁਸੀਂ ਜਿਸ ਤਰ੍ਹਾਂ ਕੋਈ ਹਾਰਡ ਸਰਫੇਸ ਨੂੰ ਆਪਾਂ ਟੱਚ ਕਰਨੇ ਆ ਕੱਪੜਿਆਂ ਦੇ ਰਸਤੇ ਕੋਈ ਨੌਬ ਤੁਸੀਂ ਟੱਚ ਕਰ ਲਈ, ਟੇਬਲ ਕਰ ਲਿਆ, ਟੈਲੀਫੋਨ ਟੱਚ ਕਰ ਲਿਆ ਕਿਉਂਕਿ ਇਹਨਾਂ ਚੀਜ਼ਾਂ ਦੇ ਉੱਤੇ ਵਾਇਰਸ ਜਿਹੜੀ ਹੈ ਨਾ 6 ਤੋਂ 9 ਘੰਟੇ ਤੋਂ ਲੈ ਕੇ 3-4 ਦਿਨ ਤੱਕ ਸਰਵਾਈਵ ਕਰ ਸਕਦੀ ਹੈ। ਜਦੋਂ ਕੈਨੇਡਾ ਵਿੱਚ ਆਈ ਹੈ ਪਹਿਲਾਂ 25 ਜਨਵਰੀ ਨੂੰ ਪਹਿਲਾਂ ਕੇਸ ਹੋਇਆ, ਹੁਣ ਤਾਂ ਬਹੁਤ ਜ਼ਿਆਦਾ ਕੇਸ ਹੋ ਗਏ ਨੇ। ਪਰਸੈਂਟੇਜ ਵਾਈਜ਼ ਜਿਸ ਤਰ੍ਹਾਂ ਬਾਕੀ ਦੁਨੀਆ ਵਿੱਚ ਉਹੀ ਹਿਸਾਬ ਹੈ, ਸਾਡੇ ਨੰਬਰ ਕੋਈ ਬਹੁਤੇ ਘਟੇ ਨਹੀਂ ਹੈਗੇ। ਸੋ ਇਸ ਚੀਜ਼ ਦਾ ਸਾਡੇ ਗੁਆਂਢੀ ਮੁਲਕ ਵਿੱਚ ਤਾਂ ਬਹੁਤ ਜ਼ਿਆਦਾ ਨੰਬਰ ਵਧੇ ਨੇ ਪਰ ਇੱਥੇ ਜ਼ਿਆਦਾ ਜਿਹੜਾ ਕੰਟਰੋਲ ਕਰ ਲਿਆ ਗਿਆ ਸ਼ੁਰੂ ਤੋਂ। ਸਾਰੇ ਕਹਿੰਦੇ ਸੀ ਵੀ ਇਹ ਕਰਨ ਨੂੰ ਆਪਾਂ ਨੇ ਇਹਦੀ ਰੋਕਥਾਮ ਕਰਨੀ ਹੈ। ਰੋਕਥਾਮ ਤਾਂ ਹੀ ਹੋ ਸਕਦੀ ਜੇ ਆਪਾਂ ਉਹਦੀ ਟਰਾਂਸਮਿਸ਼ਨ ਰੋਕਾਂਗੇ। ਟਰਾਂਸਮਿਸ਼ਨ ਕਿਸ ਤਰ੍ਹਾਂ ਰੋਕਾਂਗੇ? ਜੇ ਕੋਈ ਬੰਦੇ ਨੂੰ ਪੋਜ਼ੀਟਿਵ ਰਿਜ਼ਲਟ ਆਉਂਦਾ ਉਹਦੇ ਕੰਟੈਕਟ ਨੂੰ ਦੇਖਣਾ, ਉਹ ਕੰਟੈਕਟ ਨੂੰ ਫਿਰ ਟਰੇਸ ਕਰਨਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਬੜੇ ਤਰੀਕੇ ਨਾਲ ਚੱਲਦੀਆਂ ਪਈਆਂ। ਸੋ ਫੋਲੋ ਅਪ ਹੋ ਰਿਹਾ। ਦੂਜਾ ਜਿਹੜਾ ਵਰਡ ਹੈ ਨਾ ਸ਼ਬਦ ਯੂਜ਼ ਕਰਨੇ ਆ ਸੋਸ਼ਲ ਡਿਸਟੈਂਸ, ਉਹ ਗੱਲ ਨਹੀਂ ਬਣਦੀ। ਫਿਜ਼ੀਕਲ ਡਿਸਟੈਂਸ ਦੀ ਗੱਲ ਬਣਦੀ ਹੈ ਵੀ ਆਪਾਂ ਜਿੱਥੇ ਖੜੇ ਹਾਂ 2 ਮੀਟਰ 'ਤੇ ਹੋਣ, ਇੰਨਾ ਜਿਹੜਾ ਨਾ ਇਹਨੂੰ ਕਾਇਮ ਰੱਖਣਾ ਪੈਣਾ। ਪਰ ਜਿਹੜੀ ਵੈਕਸੀਨੇਸ਼ਨ ਦਾ ਕੰਮ ਹੈ ਨਾ, ਦੇਖੋ ਹਿਸਟਰੀ ਦੇਖੋ ਵੈਕਸੀਨੇਸ਼ਨ ਦੀ, ਦੁਨੀਆ ਦੇ ਵਿੱਚ ਜਿੰਨੀਆਂ ਪ੍ਰੀਵੈਂਸ਼ਨ ਜਿਹੜੀਆਂ ਡਿਜ਼ੀਜ਼ਸ ਕੰਟਰੋਲ ਹੋਈਆਂ ਨੇ, ਸਮਾਲ ਪੌਕਸ ਹੋਇਆ, ਚਿਕਨ ਪੌਕਸ, ਮੀਜ਼ਲ, ਮੰਪਸ, ਰੂਬੈਲਾ, ਅਤੇ ਸਾਰੀਆਂ ਵੈਕਸੀਨੇਸ਼ਨ ਦਾ ਹੀ ਫਰਕ ਪਿਆ। ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਅਸੀਂ ਹਾਜ਼ਰ ਹਾਂ ਸਟੂਡੀਓਜ਼ ਤੋਂ ਬਾਹਰ ਗੱਲਬਾਤ ਕਰਨ ਦੇ ਲਈ ਡਾਕਟਰ ਗੁਲਦਾਰ ਸਿੰਘ ਚੀਮਾ ਹੁਣਾਂ ਨਾਲ। ਅਸੀਂ ਪਿਛਲੇ ਲੰਬਾ ਸਮਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੇ ਹਾਂ। ਹੁਣ ਬਹੁਤ ਲੰਬਾ ਵਕਫਾ ਸੀ ਕੋਵਿਡ ਦੇ ਦੌਰਾਨ। ਅੱਜ ਅਸੀਂ ਉਹਨਾਂ ਨੂੰ ਫਿਰ ਖਾਸ ਤੌਰ 'ਤੇ ਬੇਨਤੀ ਕੀਤੀ ਹੈ ਕਿ ਸਾਡੇ ਕੋਲ ਆ ਕੇ ਕੋਵਿਡ-19 ਬਾਰੇ ਇਸ ਵੇਲੇ ਕੀ ਹਾਲਤ ਆ, ਕੀ ਸਿਚੁਏਸ਼ਨ ਆ, ਕੇਸ ਵੱਧ ਰਹੇ ਆ, ਵੈਕਸੀਨ ਕਦੋਂ ਆਉਣੀ ਆ, ਇਹਦਾ ਬਣਨਾ ਕੀ ਆ। ਉਹਨਾਂ ਨੇ ਇਹ ਸਮੇਂ ਦੌਰਾਨ ਉਹ ਇਸ ਚੀਜ਼ ਸਾਰੀ ਨੂੰ ਕਿੱਦਾਂ ਅਬਜ਼ਰਵ ਕਰਦੇ ਨੇ, ਉਹਨਾਂ ਨੇ ਇਹ ਸਾਰੇ ਕੁਝ ਨੂੰ ਕਿੱਦਾਂ ਦੇਖਿਆ, ਉਹਨਾਂ ਦੇ ਨਜ਼ਰੀਏ ਤੋਂ ਇਸ ਗੱਲਬਾਤ ਬਾਰੇ ਅਸੀਂ ਜਾਣਕਾਰੀ ਚਾਹੁੰਦੇ ਹਾਂ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ। ਜੀ ਆਇਆਂ। ਹਾਂਜੀ, ਜਿਸ ਕਾਰਨ ਤੁਹਾਡੇ ਪ੍ਰੋਗਰਾਮ ਸੁਣਨ ਵਾਲਿਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬੜੀ ਦੇਰ ਬਾਅਦ ਮੁਲਾਕਾਤ ਹੋਈ ਹੈ ਅੱਜ, ਖਾਸ ਕਰਕੇ ਪਾਰਕ ਵਿੱਚ ਮੁਲਾਕਾਤ ਹੈ ਤੇ ਅਮਿਤ ਨੂੰ ਵੀ ਵੇਖ ਰਿਹਾ ਬੜੀ ਦੇਰ ਬਾਅਦ ਦੇਖਿਆ। ਪਰ ਪਿੱਛੇ ਦੇਖ ਲਓ ਥੋੜੀ ਜਿਹੀ ਭੰਗ ਦੀ ਸਮੈਲ ਵੀ ਆ ਰਹੀ ਪੰਜਾਬ ਦਾ। ਜਿਹੋ ਜਿਹਾ ਮਾਹੌਲ ਹੈ, ਜਿਹੋ ਜਿਹੇ ਸ਼ਹਿਰ 'ਚ ਆ ਗਏ, ਜਿਹੋ ਜਿਹੇ ਸਾਡੇ ਕੰਟਰੀ ਵਿੱਚ ਜਾਉਂਦੀ ਫਿਰ ਭੰਗ ਲੀਗਲ ਹੋਈ ਹੈ, ਲੋਕੀ ਪੀਣਾ ਸ਼ੁਰੂ ਕਰਤਾ ਜੀ। ਸੋ ਡਾਕਟਰ ਸਾਹਿਬ ਕੀ ਇਸ ਵੇਲੇ ਸਿਚੁਏਸ਼ਨ ਆ ਜੀ? ਪਹਿਲਾਂ ਸਾਨੂੰ BC ਕੈਨੇਡਾ ਤੇ ਦੁਨੀਆ ਦੇ ਵਿੱਚ ਓਵਰਆਲ ਵਾਇਰਸ ਕੀ ਆ, ਇਹਦੇ ਨਾਲ ਹੀ ਜੀਣਾ ਪਊਗਾ, ਖਤਮ ਹੋਊਗਾ, ਵੈਕਸੀਨ ਕਦੋਂ ਆਊਗੀ, ਤੁਸੀਂ ਕਿੱਦਾਂ ਦੇਖਦੇ ਸਾਰੇ ਕੁਝ? ਦੇਖੋ ਜਿਸ ਕਾਰਨ ਇਹ ਜਦੋਂ ਵਾਇਰਸ ਦਾ ਕੰਮ ਸ਼ੁਰੂ ਹੋਇਆ ਸੀ, ਮੈਂ ਥੋੜ੍ਹੀ ਜਿਹੀ ਨਾ 2-3 ਮਿੰਟ ਦੀ ਹਿਸਟਰੀ ਦੇਣਾ ਚਾਹੁੰਦਾ ਕਿ ਕਿਉਂਕਿ ਹਮੇਸ਼ਾ ਹਰ ਆਦਮੀ ਉਹ ਪ੍ਰੋਗਰਾਮ ਵਾਚ ਨਹੀਂ ਕਰਦਾ। ਸੋ ਇਹ ਹੋਇਆ ਸੀ ਜਿਹੜੇ ਚਾਈਨਾ ਤੋਂ ਸ਼ੁਰੂ ਹੋ ਕੇ ਇੱਕ ਉਹਨਾਂ ਦਾ ਸ਼ਹਿਰ ਤੋਂ ਸ਼ੁਰੂ ਹੋ ਕੇ ਅਤੇ ਪਹਿਲਾਂ ਸੀ ਐਨੀਮਲਸ ਤੋਂ। ਮੋਸਟ ਲਾਈਕਲੀ ਜਿਹੜਾ ਇਹਦਾ ਪ੍ਰਾਇਮਰੀ ਸੋਰਸ ਸੀ ਉਹ ਐਨੀਮਲ ਸੀ। ਐਨੀਮਲ ਉਹ ਕਹਿ ਰਹੇ ਨੇ ਵੀ ਬੈਟਸ ਤੋਂ ਹੋਇਆ। ਬੈਟਸ ਤੋਂ ਜਿਹੜਾ ਸੀ ਨਾ ਇਨਸਾਨਾਂ ਵਿੱਚ ਗਿਆ। ਇਨਸਾਨਾਂ ਤੋਂ ਬਾਅਦ ਫਿਰ ਇਹਨੇ ਬੜੀ ਸਪੀਡ ਫੜੀ, ਉਹ ਸ਼ਹਿਰ ਤੋਂ ਨਿਕਲ ਕੇ ਪ੍ਰੋਵਿੰਸ ਤੋਂ ਡਿਫਰੈਂਟ ਕੰਟਰੀਜ਼ ਦੇ ਵਿੱਚ। ਅਤੇ ਜਿਹੜੀ ਇਹ ਵਾਇਰਸ ਸੀ, ਜਿਹੜੀ ਜਦੋਂ ਇਹਦੀ ਟਰਾਂਸਮਿਸ਼ਨ ਹੋਈ ਹੈ ਐਨੀਮਲਸ ਤੋਂ ਇਨਸਾਨਾਂ ਦੇ ਵਿੱਚ, ਉਹਦੇ ਟਾਈਮ ਦੇ ਵਿੱਚ ਥੋੜ੍ਹੀ ਇਹਦੀ ਬਦਲੀ ਹੋਈ ਹੈ। ਉਸ ਤੋਂ ਬਾਅਦ ਜਿਉਂ-ਜਿਉਂ ਇਹਨੇ ਟਰੈਵਲ ਕੀਤਾ ਦੁਨੀਆ ਦੇ ਵਿੱਚ, ਇਹਦੀ ਮਿਊਟੇਸ਼ਨ ਇਹਦਾ ਬਦਲਦਾ ਰਿਹਾ ਕੰਮ। ਪਰ ਜਿਹੜਾ ਮੋਡ ਆਫ ਟਰਾਂਸਮਿਸ਼ਨ ਜਿਹੜਾ ਨਾ ਉਹਦੇ ਜੋ ਪਹਿਲੇ ਦਿਨ ਤੋਂ ਸਾਰੇ ਕਹਿੰਦੇ ਸੀ ਨਾ ਕਿ ਇਹਦਾ ਮੋਡ ਆਫ ਟਰਾਂਸਮਿਸ਼ਨ ਹੈ ਵੀ ਬਾਈ ਡ੍ਰੌਪਲੈਟਸ। ਜਿਸ ਤਰ੍ਹਾਂ ਆਪਾਂ ਦੋਨੋਂ ਖੜੇ ਹਾਂ, ਇਫ ਆਈ ਹੈਵ ਇਟ, ਜੇ ਮੈਂ ਖੰਘਣਾ ਅਤੇ ਜਿਹੜਾ ਪਾਣੀ ਹੈ ਥੁੱਕ ਦੇ ਵਿੱਚ, ਉਹਦੇ ਰਸਤੇ ਜਿਹੜੇ ਕੀਟਾਣੂ ਨੇ ਉਹ ਤੁਹਾਡੇ ਤੱਕ ਪਹੁੰਚਦੇ ਨੇ। ਤਾਂ ਉਹ ਨੋਰਮਲੀ ਕੀ ਹੁੰਦਾ ਵੀ 2 ਮੀਟਰ ਤੱਕ ਖੰਘ ਜਿਹੜੀ ਬੜੇ ਜ਼ੋਰ ਨਾਲ ਜਾ ਸਕਦੀ, ਜਾਂ ਮੈਂ ਛਿੱਕ ਮਾਰਾਂ ਜਾਂ ਮੈਂ ਖੰਘਾਂ। ਸੋ ਇਸੇ ਕਰਕੇ ਜਿਹੜਾ ਮੋਡ ਆਫ ਟਰਾਂਸਮਿਸ਼ਨ ਸੀ ਵੀ
ਇਸ ਤਰੀਕੇ ਨਾਲ ਦੁਨੀਆ ਵਿੱਚ ਇਹਦਾ ਫੈਲਿਆ ਜੀ। ਕਿਉਂਕਿ ਜਿਹੜੇ ਲੋਕ ਉੱਥੋਂ ਸੀ ਉਹ ਸ਼ਹਿਰ ਦੇ ਵਿੱਚ ਲੋਕੀ ਬਿਜ਼ਨਸ ਬੜੇ ਕਰਦੇ ਸੀ, ਬਿਜ਼ਨਸਮੈਨ ਆਪਣੇ ਗਏ ਕੰਟਰੀਜ਼ ਦੇ ਵਿੱਚ, ਕੰਟਰੀ ਦਾ ਸਪਰੈਡ ਹੋ ਕੇ ਤੇ ਸ਼ੁਰੂ ਦੇ ਵਿੱਚ ਜਿਹੜਾ ਨਾ ਹੁਣ ਆਲਮੋਸਟ ਕੋਈ ਕੰਟੀਨੈਂਟ ਨਹੀਂ, ਕੋਈ ਕੰਟਰੀ ਨਹੀਂ, ਮੇਰੇ ਹਿਸਾਬ ਨਾਲ ਕੋਈ ਸ਼ਹਿਰ ਨਹੀਂ ਹੋਣਾ ਜਿਹੜਾ ਬਚਿਆ ਹੋਏ ਜਿਹਦੇ ਵਿੱਚ ਜਿਹੜੀ ਇਹ ਨਾ ਕਰੋਨਾ ਵਾਇਰਸ ਨਹੀਂ ਗਈ। ਇਹਦਾ ਉਹਨਾਂ ਨਾਂ ਦੇ ਦਿੱਤਾ ਕੋਵਿਡ-19। ਐਕਚੁਅਲੀ ਜਿਹੜੀ ਇਹ ਸੇਮ ਫੈਮਿਲੀ ਦੀ ਹੈ ਜਿਹੜੀ ਇਹਨਾਂ ਕਰੋਨਾ ਵਾਇਰਸ ਇਹਦੀ ਨਾਂ ਕਿਉਂ ਰੱਖਿਆ ਗਿਆ ਕਿਉਂਕਿ ਇਹਦੀ ਸ਼ੇਪ ਜਿਹੜੀ ਹੈ ਨਾ ਅੰਡਰ ਮਾਈਕਰੋਸਕੋਪ ਇਹਦੇ ਸਿਰ ਤੇ ਨਾ ਜਿਸ ਤਰ੍ਹਾਂ ਹੁੰਦੇ ਨਾ ਸਿਤਾਰੇ ਜਿਹੇ ਲਾਏ ਨੇ ਕਿ ਜਿਸ ਤਰ੍ਹਾਂ ਇਹਦਾ ਨਾਂ ਹੀ ਰੱਖਿਆ ਵੀ ਕਰਾਊਨ ਵਾਂਗੂ ਇਹਦੀ ਸ਼ਕਲ ਹੈ। ਸੋ ਇਹ ਜਿਹੜੀ ਕਰੋਨਾ ਵਾਇਰਸ ਹੈ ਇਹ ਪਹਿਲਾਂ ਆਈ ਸੀ 2003 ਦੇ ਵਿੱਚ, ਫਿਰ ਆਈ ਸੀ 2009 ਦੇ ਵਿੱਚ ਤੇ ਉਸ ਟਾਈਮ ਦੇ ਵਿੱਚ ਵੀ ਇਹਦਾ ਕੋਈ ਗੱਲ ਨਹੀਂ ਸੀ ਬਣੀ, ਪਰ ਇਹਦੀ ਜਿਹੜੀ ਰੋਕਥਾਮ ਸੀ ਉਹ ਕਰ ਲਈ ਗਈ ਸੀ ਬੜੇ ਜ਼ੋਰ ਨਾਲ। ਪਰ ਜਿਹੜੀ ਇਹ ਵਾਇਰਸ ਜਿਹੜਾ ਸੀ ਤੀਜੀ ਵਾਰੀ ਜਿਹੜੀ ਆਈ ਹੈ ਇਹ ਬਹੁਤ ਜ਼ੋਰ ਨਾਲ ਫੈਲੀ ਹੈ ਕਿਉਂਕਿ ਇਹਦਾ ਹਿਊਮਨ ਟੂ ਹਿਊਮਨ ਟਰਾਂਸਮਿਸ਼ਨ ਜਿਹੜਾ ਬੜਾ ਖਤਰਨਾਕ ਸੀ। ਪਰ ਇਹਦੇ ਦਰਮਿਆਨ ਇਹ ਵੇਖਿਆ ਗਿਆ ਕਿ ਜਿਹੜਾ ਮੋਡ ਆਫ ਟਰਾਂਸਮਿਸ਼ਨ ਸਾਰੇ ਕਹਿ ਰਹੇ ਸੀ ਕਿ ਇਨਕਲੂਡਿੰਗ WHO ਵੀ ਇਹ ਡ੍ਰੌਪਲੈਟ ਨਾ ਹੋ ਰਿਹਾ। ਹੁਣ ਇੱਕ ਥੋੜੀ ਜਿਹੀ ਕੰਟਰੋਵਰਸੀ ਇੱਕ ਹੋਰ ਸ਼ੁਰੂ ਕਰਤੀ ਸੀ, ਇਹਨਾਂ ਕਿਹਾ ਵੀ ਇਹ ਟਰਾਂਸਮਿਸ਼ਨ ਹੋ ਸਕਦਾ ਵੀ 에ਅਰਬੋਰਨ ਨੇ। ਇਹਦਾ ਸੀ ਮਤਲਬ ਵੀ ਦੂਰ ਥੋੜਾ ਜਿਹਾ, ਫਾਰ ਐਗਜ਼ਾਮਪਲ ਕਿ ਜੇ ਆਪਾਂ ਇੱਕ ਕਲੋਜ਼ ਰੂਮ ਦੇ ਵਿੱਚ ਆਪਾਂ ਖੜੇ ਆ ਤੇ ਜੇ ਤੁਸੀਂ 10 15 20 ਬੰਦੇ ਖੜੇ ਨੇ ਤੇ ਜੇ ਉਹਨਾਂ ਨੂੰ ਜ਼ਿਆਦਾ ਤਕਲੀਫ ਹੈਗੀ ਹੈ ਤੇ ਉਹ ਜਿਹੜੇ ਕੀਟਾਣੂ ਨੇ ਪਾਣੀ ਦੇ ਰਸਤੇ ਜ਼ਿਆਦਾ ਦੇਰ ਸਰਵਾਈਵ ਕਰਕੇ ਹੋ ਸਕਦਾ ਉਹ ਟਰਾਂਸਮਿਸ਼ਨ ਕਰਨ, ਪਰ ਉਹਦਾ ਸਿਰਫ ਇੱਕ ਅਦੇ ਵਾਦ ਵਿਵਾਦ ਹੀ ਹੈ, ਕੋਈ ਪੱਕੀ ਨਹੀਂ ਡੈਫੀਨੇਸ਼ਨ। ਸੋ ਅਗੇਨ ਮੈਂ ਇਹਨੂੰ ਐਮਫੇਸਾਈਜ਼ ਕਰਨਾ ਚਾਹੁੰਦਾ ਕਿ ਜਿਹੜੀ ਚੀਜ਼ ਕਨਫਰਮੇਸ਼ਨ ਹੋਈ ਹੈ ਉਹ ਬਾਈ ਡ੍ਰੌਪਲੈਟ ਹੈਗੀ ਹੈ, ਜਾਂ ਬਾਈ ਹੈਂਡ ਸ਼ੇਕਿੰਗ, ਜਾਂ ਤੁਸੀਂ ਜਿਸ ਤਰ੍ਹਾਂ ਕੋਈ ਹਾਰਡ ਸਰਫੇਸ ਨੂੰ ਆਪਾਂ ਟੱਚ ਕਰਨੇ ਆ ਕੱਪੜਿਆਂ ਦੇ ਰਸਤੇ, ਕੋਈ ਨੌਬ ਤੁਸੀਂ ਟੱਚ ਕਰ ਲਈ, ਟੇਬਲ ਕਰ ਲਿਆ, ਟੈਲੀਫੋਨ ਟੱਚ ਕਰ ਲਿਆ, ਕਿਉਂਕਿ ਇਹਨਾਂ ਚੀਜ਼ਾਂ ਦੇ ਉੱਤੇ ਵਾਇਰਸ ਜਿਹੜੀ ਹੈ ਨਾ 6 ਤੋਂ 9 ਘੰਟੇ ਤੋਂ ਲੈ ਕੇ 3-4 ਦਿਨ ਤੱਕ ਸਰਵਾਈਵ ਕਰ ਸਕਦੀ ਹੈ। ਸੋ ਜਿਹੜਾ ਇਹਦਾ ਮੋਡ ਆਫ ਟਰਾਂਸਮਿਸ਼ਨ ਤੇ ਫੋਕਸ ਰਿਹਾ ਸੀ ਵੀ ਇਹਨੂੰ ਆਪਾਂ ਬੰਦ ਕਿਸ ਤਰ੍ਹਾਂ ਕਰਨਾ, ਪਰ ਲੋਕਾਂ ਦੀ ਆਵਾਜਾਈ ਬੰਦ ਨਹੀਂ ਕਰ ਸਕੇ, ਲੇਟ ਹੋ ਗਏ ਥੋੜ੍ਹੇ ਜਿਹੇ। ਜਦੋਂ ਕੈਨੇਡਾ ਵਿੱਚ ਆਈ ਹੈ ਪਹਿਲਾਂ 25 ਜਨਵਰੀ ਨੂੰ ਪਹਿਲਾਂ ਕੇਸ ਹੋਇਆ, ਹੁਣ ਤੇ ਬਹੁਤ ਜ਼ਿਆਦਾ ਕੇਸ ਹੋ ਗਏ ਨੇ। ਪਰਸੈਂਟੇਜ ਵਾਈਜ਼ ਜਿਸ ਤਰ੍ਹਾਂ ਬਾਕੀ ਦੁਨੀਆ ਵਿੱਚ ਉਹੀ ਹਿਸਾਬ ਹੈ, ਸਾਡੇ ਨੰਬਰ ਕੋਈ ਬਹੁਤੇ ਘਟੇ ਨਹੀਂ ਹੈਗੇ। ਸੋ ਇਸ ਚੀਜ਼ ਦਾ ਸਾਡੇ ਗੁਆਂਢੀ ਮੁਲਕ ਵਿੱਚ ਤੇ ਬਹੁਤ ਜ਼ਿਆਦਾ ਨੰਬਰ ਵਧੇ ਨੇ, ਪਰ ਇੱਥੇ ਜ਼ਿਆਦਾ ਜਿਹੜਾ ਕੰਟਰੋਲ ਕਰ ਲਿਆ ਗਿਆ ਸ਼ੁਰੂ ਦੇ ਵਿੱਚ ਕਿ ਜਿਹੜੀ ਸੀ ਨਾ ਲੋਕਾਂ ਦੀ ਆਵਾਜਾਈ ਬੰਦ ਕਰਤੀ, ਜਿਹੜੇ ਬਾਹਰੋਂ ਆਉਣ ਵਾਲੇ ਸੀ ਉਹਨਾਂ ਦਾ ਕੁਆਰੰਟੀਨ ਸ਼ੁਰੂ ਕਰਤਾ। ਕੁਆਰੰਟੀਨ ਦਾ ਮਤਲਬ ਹੈ ਉਹਨਾਂ ਨੂੰ ਜਿਹੜੀ ਸੈਪਰੇਸ਼ਨ ਕਰਨੀ ਹੈ 14 ਦਿਨਾਂ ਵਾਸਤੇ। ਉਹ ਮੈਂ ਐਕਸਪਲੇਨ ਕਰਨਾ ਚਾਹੁੰਦਾ, 14 ਦਿਨ ਹੀ ਆਪਾਂ ਕਿਉਂ ਕਹਿੰਦੇ ਹਾਂ, 12 ਕਿਉਂ ਨਹੀਂ, 10 ਕਿਉਂ ਨਹੀਂ, 6 ਕਿਉਂ ਨਹੀਂ, ਮਤਲਬ 14 ਦਿਨ ਤੁਹਾਡੀ ਬਾਡੀ ਵਿੱਚ ਉਹ ਵਾਇਰਸ ਰਹਿ ਕੇ ਉਹ ਪੂਰੇ ਆਪਣੀ ਗਰੋਥ ਕਰਕੇ ਤੇ ਮਲਟੀਪਲਾਈ ਕਰਕੇ ਉਸ ਟਾਈਮ ਵਿੱਚ ਕਿਸੇ ਹੋਰ ਨੂੰ ਤੁਸੀਂ ਇਨਫੈਕਸ਼ਨ ਦੇ ਸਕਦੇ ਹੋ। ਸੋ ਉਹ ਤੇ 14 ਦਿਨ ਲਈ ਤਾਂ ਆਪਾਂ ਕੁਆਰੰਟੀਨ ਕੀਤਾ, ਰੂਲ ਸਾਰੇ ਬਣ ਗਏ। ਇਹਨਾਂ ਨੇ ਬਸ ਜਿਹੜੀ ਸੀ ਨਾ ਜਿਹੜੇ ਪਬਲਿਕ ਅਫੀਸ਼ੀਅਲ ਸੀ ਇਲੈਕਟਡ ਬੰਦਿਆਂ ਨੇ ਘੱਟ ਬੋਲਿਆ, ਕਿਉਂਕਿ ਉਹ ਜਦੋਂ ਬੋਲਣਗੇ ਕਈ ਵਾਰੀ ਉਹਨਾਂ ਨੂੰ ਸਮਝ ਨਹੀਂ ਹੁੰਦੀ ਵੀ ਉਹ ਇਨਫੋਰਮੇਸ਼ਨ ਉਹਨਾਂ ਕੋਲ ਠੀਕ ਨਹੀਂ ਹੁੰਦੀ ਸੀ, ਆਪਣੇ ਆਪ ਤੋਂ ਕਰ ਨਹੀਂ ਸਕਦੇ। ਸੋ ਉਹਨਾਂ ਨੇ ਜਿਹੜੇ ਹੈਲਥ ਅਫੀਸ਼ੀਅਲਸ ਨੇ, ਜਿਹੜੇ ਸਾਇੰਟਿਸਟ ਨੇ ਜਾਂ ਪਬਲਿਕ ਹੈਲਥ ਆਫੀਸਰਸ ਨੇ, ਉਹਨਾਂ ਨੂੰ ਫੋਲੋ ਕੀਤਾ ਤੇ ਉਹਨਾਂ ਦੀ ਅਕਲ ਨੂੰ ਪ੍ਰੋਵਿੰਸ ਨੇ ਤੇ ਕੰਟਰੀ ਨੇ ਯੂਜ਼ ਕਰਕੇ ਤੇ ਇਸ ਚੀਜ਼ ਦੀ ਰੋਕਥਾਮ ਕੀਤੀ ਹੈ। ਸੋ ਜਨਰਲੀ ਜਿਹੜਾ ਕ੍ਰੈਡਿਟ ਹੈ ਉਹ ਮਿਲਦਾ ਹੈਲਥ ਅਫੀਸ਼ੀਅਲਸ ਨੂੰ, ਜਿਨ੍ਹਾਂ ਨੇ ਇਸ ਚੀਜ਼ ਨੂੰ ਐਕਸਪਲੇਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇਲੈਕਟਡ ਅਫੀਸ਼ੀਅਲ ਸੀ ਵੀ ਤੁਸੀਂ ਸਾਨੂੰ ਫਾਲੋ ਕਰੋ, ਤੇ ਉਹਨਾਂ ਨੇ ਇਹਨਾਂ ਨੂੰ ਫਾਲੋ ਕੀਤਾ। ਕੰਟਰੀ ਵਿੱਚ ਪ੍ਰਧਾਨ ਮੰਤਰੀ ਨੇ ਫਾਲੋ ਕੀਤਾ, ਸਾਡੇ ਪ੍ਰੋਵਿੰਸ ਵਿੱਚ ਇੱਥੇ ਜਿਹੜੇ ਸਾਡੇ ਪ੍ਰੀਮੀਅਰ ਨੇ ਉਹਨਾਂ ਨੇ ਫਾਲੋ ਕੀਤਾ। ਸੋ ਉਹਦੇ ਨਾਲ ਸਾਰਿਆਂ ਨੂੰ ਫਾਇਦਾ ਹੋਇਆ। ਸੋ ਓਵਰਆਲ ਜਿਹੜੀ ਹੈ ਨਾ ਇਸ ਸਿਚੁਏਸ਼ਨ ਹੈ ਇਸ ਟਾਈਮ ਦੇ ਵਿੱਚ, ਤੇ ਨੰਬਰ ਜਿਹੜੇ ਇਹਨਾਂ ਸਟੇਬਲ ਨੇ। ਸਾਰੇ ਕਹਿੰਦੇ ਸੀ ਵੀ ਇਹ ਕਰਵ ਨੂੰ ਆਪਾਂ ਨੇ ਇਹਦੀ ਰੋਕਥਾਮ ਕਰਨੀ ਹੈ। ਰੋਕਥਾਮ ਤਾਂ ਹੀ ਹੋ ਸਕਦੀ ਜੇ ਆਪਾਂ ਉਹਦੀ ਟਰਾਂਸਮਿਸ਼ਨ ਰੋਕਾਂਗੇ। ਟਰਾਂਸਮਿਸ਼ਨ ਕਿਸ ਤਰ੍ਹਾਂ ਰੋਕਾਂਗੇ? ਜੇ ਕੋਈ ਬੰਦੇ ਨੂੰ ਪੋਜ਼ਿਟਿਵ ਰਿਜ਼ਲਟ ਆਉਂਦਾ ਉਹਦੇ ਕੰਟੈਕਟ ਨੂੰ ਦੇਖਣਾ, ਉਹ ਕੰਟੈਕਟ ਨੂੰ ਫਿਰ ਟਰੇਸ ਕਰਨਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਬੜੇ ਤਰੀਕੇ ਨਾਲ ਚੱਲਦੀਆਂ ਪਈਆਂ। ਸੋ ਫੋਲੋ ਅਪ ਹੋ ਰਿਹਾ। ਸੋ ਡਿਫਰੈਂਟ ਸਟੇਜਸ ਦੇ ਵਿੱਚ ਡਿਫਰੈਂਟ ਪ੍ਰੋਵਿੰਸ ਕੰਮ ਕਰਦੇ ਪਏ ਨੇ, ਪਰ ਓਵਰਆਲ ਜੇ ਤੁਸੀਂ ਦੇਖੋ ਵੀ ਇਹਦੇ ਜਿਹੜੇ ਨੰਬਰ ਨੇ ਨਾ, ਮੈਂ ਫਿਰ ਰਿਪੀਟ ਕਰਾਂਗਾ, ਜਿਸ ਤਰ੍ਹਾਂ ਬਾਕੀ ਮੁਲਕਾਂ ਵਿੱਚ ਨੇ ਪਰਸੈਂਟੇਜ ਉਸ ਤਰ੍ਹਾਂ ਸਾਡੀ ਹੈ, ਪਰ ਸਾਡਾ ਮੁਲਕ ਜਿਹੜਾ ਕੈਨੇਡਾ ਬਹੁਤ ਲੰਬਾ ਚੌੜਾ, ਇਹਦਾ ਜਿਹੜੇ ਨੇ ਡੈਮੋਗ੍ਰਾਫਿਕਸ ਬੜੀਆਂ ਵੱਖਰੀਆਂ ਨੇ। ਪਰ ਜਿੰਨੇ ਵੀ ਲੋਕ ਮਰੇ ਨੇ ਨਾ, ਜਿਨ੍ਹਾਂ ਦੀ ਮੌਤ ਹੋਈ ਹੈ ਜਿਸ ਕਾਰਨ, ਉਹ ਸਾਰੇ ਉਹਨਾਂ ਦੇ ਏਜ ਗਰੁੱਪ ਜਿਹੜਾ ਸੀ ਨਾ ਬੜਾ ਸੀਨੀਅਰ ਸੀ, ਜਾਂ ਕਿਸੇ ਪਰਸਨਲ ਕੇਅਰ ਹੋਮ ਵਿੱਚ ਸਨ, ਜਾਂ ਉਹਨਾਂ ਨੂੰ ਅੰਡਰਲਾਈਂਗ ਜਿਹੜੀਆਂ ਮੈਡੀਕਲ ਕੰਡੀਸ਼ਨਸ ਬਹੁਤ ਸਨ।
ਆਲਰੇਡੀ ਉਹਨਾਂ ਦਾ ਸਿਸਟਮ ਬੜਾ ਕੰਪਰੋਮਾਈਜ਼ ਸੀ। ਜਿਹੜਾ ਲੋਕਾਂ ਦਾ ਸਿਸਟਮ ਕੰਪਰੋਮਾਈਜ਼ ਸੀ ਉਹਨਾਂ ਦੀ ਡੈਥ ਹੋਣ ਦੇ ਜਿਹੜੇ ਨਾ ਚਾਂਸਸ ਸਨ ਜ਼ਿਆਦਾ। ਸੋ ਇਸ ਕਰਕੇ ਉਹਨਾਂ ਦੀ ਮੌਤਾਂ 80% ਜਿਹੜੇ ਲੋਕ ਨੇ ਨਾ ਉਸ ਤਰੀਕੇ ਵਿੱਚ ਉਹਨਾਂ ਦੀ ਡੈਥ ਹੋਈ ਹੈ। ਬਾਕੀ ਜਿਹੜੇ ਸੀ ਨਾ ਲੋਕ ਉਹ ਬਾਕੀ ਜਿਨ੍ਹਾਂ ਨੂੰ ਹੋਰ ਕੋਈ ਪ੍ਰੋਬਲਮ ਹੋ ਸਕਦੀ ਨਾਲ ਉਹਨਾਂ ਨੂੰ ਵੀ ਸੇਮ ਸਿਚੁਏਸ਼ਨ ਵਿੱਚ ਜਾਣਾ ਪਿਆ। ਪਰ ਓਵਰਆਲ ਇਹ ਵੇਖਿਆ ਗਿਆ ਕਿ ਸਾਰਿਆਂ ਦੀਆਂ ਗੱਲਾਂ ਤੋਂ ਇਹ ਦਿਮਾਗ 'ਚ ਪਹੁੰਚਿਆ, ਦਿਮਾਗ 'ਚ ਕੱਲ੍ਹ ਹੀ ਪਹੁੰਚਣਾ, ਦਿਮਾਗ 'ਚ ਤਾਂ ਪਹਿਲਾਂ ਹੀ ਹੈਗਾ ਸਾਰੀ ਗੱਲ। ਵੀ ਇਹਦਾ ਐਨਾਲਿਸਿਸ ਇਹੋ ਹੋਇਆ ਕਿ ਜਿਹੜੇ ਵੀ ਲੋਕਾਂ ਨੂੰ ਕੋਈ ਅੰਡਰਲਾਈਂਗ ਮੈਡੀਕਲ ਕੰਡੀਸ਼ਨ ਨੇ ਉਹ ਜ਼ਿਆਦਾ ਵਲਨਰੇਬਲ ਨੇ। ਉਹਨਾਂ ਨੂੰ ਹੋ ਸਕਦਾ ਵੀ ਆਲਰੇਡੀ ਉਹਨਾਂ ਦਾ ਸਿਸਟਮ ਖਰਾਬ ਸੀ ਤੇ ਉਹਨਾਂ ਦੀ ਡੈਥ ਜ਼ਿਆਦਾ ਹੋਈਆਂ। ਸੋ ਇਸੇ ਕਰਕੇ ਜਿਹੜੇ ਖਾਸ ਕਰਕੇ BC ਵਿੱਚ ਜਿਹੜੇ ਪਰਸਨਲ ਕੇਅਰ ਹੋਮ ਸਨ ਉਹਨਾਂ 'ਤੇ ਜ਼ਿਆਦਾ ਇਹਨਾਂ ਨੇ ਕਿਹਾ ਵੀ ਵਰਕਰਸ ਨੂੰ ਵੀ ਤੁਸੀਂ ਇੱਕ ਤੋਂ ਜ਼ਿਆਦਾ ਜਗ੍ਹਾ ਕੰਮ ਨਹੀਂ ਕਰ ਸਕਦੇ ਕਿਉਂਕਿ ਟਰਾਂਸਮਿਸ਼ਨ ਇਸ ਹਿਸਾਬ ਨਾਲ ਹੋ ਰਹੀ ਸੀ ਜੀ। ਸੋ ਹੁਣ ਜਿਹੜਾ ਨਾ ਕੰਮ ਕਾਫੀ ਠੀਕ ਹੈ। ਪਰ ਹੁਣ ਗੱਲ ਆਉਂਦੀ ਹੈ ਵੀ ਸਿਚੁਏਸ਼ਨ ਅੱਜ ਕਿੱਥੇ, ਟ੍ਰੀਟਮੈਂਟ ਦੀ ਕੀ ਗੱਲ ਹੈ। ਜਿਹੜੇ ਮਾਈਲਡ ਸਿੰਪਟਮ ਨੇ ਲੋਕਾਂ ਦੀ, ਹੁਣ ਆਪਾਂ ਡੈਥ ਨੂੰ ਵੇਖਦੇ ਹਾਂ ਪਰ ਦੇਖੋ 80-90% ਲੋਕ ਜਿਹੜੇ ਰਿਕਵਰ ਵੀ ਹੋਏ ਨੇ। ਜਦੋਂ ਲੋਕ ਸਾਰੇ ਇਸ ਕੰਮ ਵਿੱਚ ਰਿਕਵਰ ਹੋਏ ਨੇ ਉਹਨਾਂ ਦਾ ਵੀ ਤੇ ਉਹਨਾਂ ਦਾ ਵੀ ਕੋਈ ਕਾਰਨ ਹੈ ਹੀ ਹੈ ਕਿਉਂਕਿ ਉਹਨਾਂ ਦਾ ਇਮਿਊਨਿਟੀ ਲੈਵਲ ਸਟਰੋਂਗ ਸੀ ਪਹਿਲਾਂ ਜਾਂ ਉਹਨਾਂ ਨੂੰ ਕੋਈ ਅੰਡਰਲਾਈਂਗ ਮੈਡੀਕਲ ਕੰਡੀਸ਼ਨ ਨਹੀਂ ਸੀ। ਸੋ ਆਈ ਥਿੰਕ ਉਹ ਗੱਲਾਂ ਦਾ ਬਹੁਤ ਫਾਇਦਾ ਹੋਇਆ। ਸੈਕੰਡ ਹੈਗਾ ਵੀ ਜਿਹੜੀ ਮਾਈਲਡ ਜਿਨ੍ਹਾਂ ਨੂੰ ਤਕਲੀਫ ਹੈ, ਜਿਨ੍ਹਾਂ ਨੂੰ ਖੰਘ ਜ਼ੁਕਾਮ ਫੀਵਰ ਵਗੈਰਾ ਮਾੜੀ ਮੋਟੀ ਜਿਹੜੀ ਚੈਸਟ ਡਿਸਕੰਫਰਟ ਹੈ ਉਹਨਾਂ ਵਾਸਤੇ ਤੇ ਜਿਸ ਤਰ੍ਹਾਂ ਫਲੂ ਦਾ ਇਲਾਜ ਹੈ ਉਸ ਤਰ੍ਹਾਂ ਹੀ ਹੈ। ਪਰ ਜਿਨ੍ਹਾਂ ਦੇ ਰੈਸਪੀਰੇਟਰੀ ਜਿਹੜੀਆਂ ਪ੍ਰੋਬਲਮ ਵੱਧ ਜਾਂਦੀਆਂ ਸੀ ਉਹਨਾਂ ਨੂੰ ਹਸਪੀਟਲ ਖੜਨਾ ਪੈਂਦਾ ਸੀ। ਉਹਨਾਂ ਵਾਸਤੇ ਜਿਹੜਾ ਸੀ ਨਾ ਇਨੀਸ਼ੀਅਲ ਸਟੇਜ ਦੇ ਵਿੱਚ ਕੈਨੇਡਾ ਵਿੱਚ ਵੈਂਟੀਲੇਟਰ ਹੀ ਹੈ ਨਹੀਂ ਸਨ, ਬਹੁਤ ਘੱਟ ਸਨ। ਇਹ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਨੰਬਰ ਘੱਟ ਸੀ। ਫਿਰ ਗਵਰਨਮੈਂਟ ਨੇ ਪ੍ਰੈਪਰੇਸ਼ਨ ਕੀਤੀ, ਪ੍ਰੋਵਿੰਸ ਨਾਲ ਕੋਆਰਡੀਨੇਟ ਕਰਕੇ ਤੇ ਇਹਨਾਂ ਨੇ ਸਾਰਾ ਇੰਤਜ਼ਾਮ ਕੀਤਾ, ਬੈੱਡਸ ਵੀ ਖਾਲੀ ਰੱਖੇ। ਸੋ ਫੁੱਲ ਪ੍ਰੈਪਰੇਸ਼ਨ ਸੀ, ਨੰਬਰ 1 ਕੀਤੀ ਕੈਨੇਡਾ ਵਿੱਚ ਤੇ BC ਵਿੱਚ, ਕੋਈ ਇਹਦੇ 'ਚ ਸ਼ੱਕ ਨਹੀਂ। ਦੋ ਮੌਕੇ ਉਹਦੇ ਵਿੱਚੋਂ ਕੋਈ ਬੰਦਾ ਇਹਨਾਂ ਨੂੰ ਕੁਐਸਚਨ ਨਹੀਂ ਕਰ ਸਕਦਾ ਕਿ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਫੋਲੋ ਅਪ ਕੀਤਾ ਗਿਆ। ਸੋ ਟ੍ਰੀਟਮੈਂਟ ਕੀ ਹੁਣ ਸਿੰਪਟੋਮੈਟਿਕ ਹੈ ਜੇ ਤੁਸੀਂ ਕਰਦੇ ਪਿਓ। ਸੈਕੰਡ ਜਿਹੜੀ ਟ੍ਰੀਟਮੈਂਟ ਜਿਨ੍ਹਾਂ ਨੂੰ ਜ਼ਿਆਦਾ ਇਨਫੈਕਸ਼ਨ ਸੀ, ਸਾਡੇ ਗੁਆਂਢੀ ਮੁਲਕ ਦੇ ਪ੍ਰਧਾਨ ਨੇ ਤੇ ਕਿਹਾ ਕਿ ਤੁਸੀਂ ਕਲੋਰੋਕੁਇਨ ਯੂਜ਼ ਕਰ ਲਓ ਜਾਂ ਹੋਰ ਮੈਡੀਸਨ ਦੇ ਨਾਲ ਹੈ, ਪਰ ਉਹ ਕਿਸੇ ਤਰੀਕੇ ਨਾਲ ਕੋਈ ਸਰਟੀਫਿਕੇਸ਼ਨ ਨਹੀਂ ਉਹਦੀ ਹੋਈ ਵੀ ਇਹੋ ਟ੍ਰੀਟਮੈਂਟ ਕਰ ਸਕਦੇ ਹੋ। ਡਿਫਰੈਂਟ ਕੰਟਰੀ ਵਿੱਚ ਡਿਫਰੈਂਟ ਕੰਬੀਨੇਸ਼ਨ ਟਰਾਈ ਕਰਦੇ ਪਏ ਨੇ। ਇਸ ਟਾਈਮ ਦੇ ਵਿੱਚ ਕੋਈ ਪੱਕਾ ਪ੍ਰੋਟੋਕਾਲ ਨਹੀਂ ਹੈਗਾ। ਪਰ ਕਿ ਇੰਨਾ ਹੈਗਾ ਵੀ ਜੇ ਤੁਹਾਨੂੰ ਕੋਈ ਇਨਫੈਕਸ਼ਨ ਹੋ ਜਾਂਦੀ ਨਾਲ ਤੁਸੀਂ ਉਹਨੂੰ ਜਿਹੜੇ ਨਿਮੋਨੀਆ ਜਾਂ ਰੈਸਪੀਰੇਟਰੀ ਡਿਸਟ੍ਰੈਸ ਹੋ ਗਿਆ, ਵੈਂਟੀਲੇਟਰ ਦੇ ਤੁਹਾਨੂੰ ਨਾਲ ਸਪਲਾਈ ਕਰਨਾ ਹੀ ਪੈਣਾ, ਉਹਦੇ ਥਰੂ ਹੀ ਤੁਸੀਂ ਸਾਹ ਲੈ ਸਕਦੇ ਹੋ। ਨਾਲ ਜਿਹੜੀਆਂ ਮੈਡੀਸਨਸ ਨੇ ਜਿਹੜੀਆਂ ਵੀ ਤੁਸੀਂ ਟ੍ਰੀਟਮੈਂਟ ਤੁਹਾਡੀ ਆਲਰੇਡੀ ਚੱਲਦੀ ਪਈ ਉਹ ਐਡ ਕਰਕੇ, ਪਲੱਸ ਇੰਗਲੈਂਡ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਜਿਹੜਾ ਨਾ ਡੈਕਸਾਮੀਥਾਸੋਨ ਇੱਕ ਇਹ ਹੈਗੀ ਹੈ ਸਟੀਰੋਇਡਸ। ਇਹ ਸਟੀਰੋਇਡਸ ਸਭ ਤੋਂ ਇਨਐਕਸਪੈਂਸਿਵ ਨੇ, $5-7 ਦੀ ਕੀਮਤ ਹੈ। ਉਹਨਾਂ ਨੂੰ ਜੇ ਤੁਸੀਂ ਇੰਟਰਾਮਸਕੂਲਰ ਦੇ ਕੇ ਜਾਂ ਉਸ ਟਾਈਮ ਦੇ ਵਿੱਚ ਜਿਹੜੇ ਪੇਸ਼ੈਂਟ ਸੀ ਜਿਨ੍ਹਾਂ ਨੂੰ ਬਹੁਤ ਵੱਡੀ ਪ੍ਰੋਬਲਮ ਸੀ ਉਹ ਬੜੀ ਜਲਦੀ ਠੀਕ ਹੋਏ ਨੇ। ਸੋ ਹੁਣ ਇਹ ਜਿਹੜੇ ਨਾ ਕਈ ਤਰ੍ਹਾਂ ਦੇ ਕੰਬੀਨੇਸ਼ਨ ਤਿਆਰ ਹੋਏ ਨੇ। ਗੱਲ ਇਹ ਹੁੰਦੀ ਹੈ ਵੀ ਕਈ ਵਾਰੀ ਲੋਕ ਕਹਿੰਦੇ ਨੇ ਵੀ ਕੈਨੇਡਾ ਵਿੱਚ ਕਿਉਂ ਨਹੀਂ ਆਪਾਂ ਇਸ ਚੀਜ਼ ਨੂੰ ਕਰਦੇ, ਪਰ ਜਦੋਂ ਬੰਦਾ ਮਰਦਾ ਹੁੰਦਾ, ਜਦੋਂ ਇਨਸਾਨ ਪਹੁੰਚ ਹੀ ਗਿਆ ਹਸਪੀਟਲ, ਸਾਰੀ ਟਰਾਈ ਕਰਨੀ ਚਾਹੀਦੀ ਹੈ। ਜਿਹੜੀ ਵੀ ਚੀਜ਼ ਇਫੈਕਟਿਵਨੈਸ ਹੈ, ਜੇ ਸਮਝ ਲਓ ਵੀ ਦੂਸਰੇ ਮੁਲਕ ਵਿੱਚ ਹੈਗੀ ਇਫੈਕਟਿਵ ਤੇ ਇੱਥੋਂ ਕਿਉਂ ਨਹੀਂ ਹੋ ਸਕਦੀ। ਸੋ ਆਈ ਥਿੰਕ ਹੌਲੀ ਹੌਲੀ ਦੇਖਦੇ ਪਏ ਨੇ ਕੋਈ ਗਲਤੀ ਨਾ ਹੋਏ ਵੀ ਇਹ ਕੰਮ ਨਾ ਕਰੀਏ। ਬਾਕੀ ਜਿਹੜਾ ਮੈਂ ਸਮਝਦਾ ਕਿ ਜਿਹੜਾ ਤੁਹਾਡਾ ਸਵਾਲ ਸੀ ਸ਼ੁਰੂ ਦੇ ਵਿੱਚ ਵੀ ਵੈਕਸੀਨੇਸ਼ਨ, ਕਿਉਂਕਿ ਬਿਨਾਂ ਵੈਕਸੀਨੇਸ਼ਨ ਤੋਂ ਗੱਲ ਨਹੀਂ ਬਣਨੀ। ਆਪਾਂ ਫਿਜ਼ੀਕਲ ਡਿਸਟੈਂਸ ਤੇ ਕਰ ਲਿਆ, ਦੂਜਾ ਜਿਹੜਾ ਵਰਡ ਹੈ ਨਾ ਸ਼ਬਦ ਯੂਜ਼ ਕਰਨੇ ਆ ਸੋਸ਼ਲ ਡਿਸਟੈਂਸ, ਉਹ ਗੱਲ ਨਹੀਂ ਬਣਦੀ। ਫਿਜ਼ੀਕਲ ਡਿਸਟੈਂਸ ਦੀ ਗੱਲ ਬਣਦੀ ਹੈ ਵੀ ਆਪਾਂ ਜਿੱਥੇ ਖੜੇ ਹਾਂ 2 ਮੀਟਰ ਤੇ ਹੁਣ ਇੰਨਾ ਜਿਹੜਾ ਨਾ ਇਹਨੂੰ ਕਾਇਮ ਰੱਖਣਾ ਪੈਣਾ। ਪਰ ਜਿਹੜੀ ਵੈਕਸੀਨੇਸ਼ਨ ਦਾ ਕੰਮ ਹੈ ਨਾ, ਦੇਖੋ ਹਿਸਟਰੀ ਦੇਖੋ ਵੈਕਸੀਨੇਸ਼ਨ ਦੀ, ਦੁਨੀਆ ਦੇ ਵਿੱਚ ਜਿਹੜੀਆਂ ਡਿਜ਼ੀਜ਼ਸ ਕੰਟਰੋਲ ਹੋਈਆਂ ਨੇ, ਸਮਾਲ ਪੌਕਸ ਹੋਇਆ, ਚਿਕਨ ਪੌਕਸ, ਮੀਜ਼ਲ, ਮੰਪਸ, ਰੂਬੈਲਾ, ਤੇ ਸਾਰੀਆਂ ਵੈਕਸੀਨੇਸ਼ਨ ਨਾਲ ਹੀ ਫਰਕ ਪਿਆ। ਪ੍ਰੀਵੈਂਸ਼ਨ ਨਾਲੋਂ ਕਿਤੇ ਚੰਗੀ ਚੀਜ਼ ਕੋਈ ਹੈ ਨਹੀਂ। ਟੂਬਰਕਲੋਸਿਸ ਦੀ ਇਨਫੈਕਸ਼ਨ ਜਿਹੜੀ ਸੀ BCG ਵੈਕਸੀਨੇਸ਼ਨ ਦਾ ਬੜਾ ਫਰਕ ਪਿਆ, ਟਾਈਫਾਇਡ ਦਾ ਫਰਕ ਪਿਆ, ਕਾਲਰੇ ਦਾ ਫਰਕ ਪਿਆ। ਵੈਕਸੀਨੇਸ਼ਨ ਕਰਕੇ ਸਾਰਾ ਕੁਝ ਫਾਇਦਾ ਹੋਇਆ। ਫਲੂ ਦਾ ਹਰ ਸਾਲ ਅਸੀਂ ਵੈਕਸੀਨੇਸ਼ਨ ਕਰਨੇ ਆ। ਸੋ ਇਸੇ ਕਰਕੇ ਹੀ ਇਹਦੀ ਵੈਕਸੀਨੇਸ਼ਨ ਦੀ ਤਿਆਰੀ 'ਤੇ ਬੜਾ ਜ਼ੋਰ ਹੋ ਰਿਹਾ। ਪਰ ਬੜਾ ਇੰਟਰਸਟਿੰਗ ਜਿਹੜਾ ਨਾ ਸਿਚੁਏਸ਼ਨ ਹੈ ਅੱਜ ਜਸ ਕਰਨ ਕਿ ਕਿਉਂਕਿ ਇੱਕ ਗੱਲ ਇਹ ਬਣਦੀ ਪਈ ਵੀ ਇਹਦੀ ਜਦੋਂ ਮਿਊਟੇਸ਼ਨ ਇਹਦੀ ਕਰਤੂਤ ਬਦਲਦੀ ਪਈ ਵਾਇਰਸ ਦੀ, ਕੀ ਗਰੰਟੀ ਹੈ ਵੀ ਜਿਹੜਾ ਵੈਕਸੀਨੇਸ਼ਨ ਬਣਨਾ ਉਹਨੇ 100% ਹੀ ਇਫੈਕਟਿਵਨੈਸ ਉਹਦੀ ਹੋਣੀ ਹੈ। ਉਹਦੀ ਵੀ ਬੜੀ ਵੱਡੀ ਗੱਲ ਹੈ। 900
ਜਿਹੜੀ ਨਾ 100 ਤਰ੍ਹਾਂ ਦੇ ਜਿਹੜੀਆਂ ਤਕਰੀਬਨ ਜਿਹੜੀਆਂ ਐਸੋਸੀਏਸ਼ਨ ਨੇ ਅੱਗੇ ਨੇ, ਪਰ 3 ਜਗ੍ਹਾ ਦੇ ਵਿੱਚ ਜਿਹੜਾ ਨਾ ਉਹਦਾ ਵੈਕਸੀਨੇਸ਼ਨ ਦਾ ਕੰਮ ਟੌਪ ਤੇ ਚੱਲਦਾ ਪਿਆ। ਈਵਨ ਅੱਜ ਦੇ ਦਿਨ ਦੇ ਵਿੱਚ ਮੇਰੇ ਖਿਆਲ 'ਚ ਉੱਥੇ ਆਪਣਾ ਜਿਹੜਾ ਪ੍ਰੋਵਿੰਸ ਹੈ ਕੁਬੈਕ ਦੇ ਵਿੱਚ ਉਹਨਾਂ ਨੇ ਹਿਊਮਨ ਟਰਾਇਲ ਵੀ ਕਰਤਾ ਸ਼ੁਰੂ, ਕੋਈ ਅਲਬਰਟਾ ਵਿੱਚ ਵੀ ਸ਼ਾਇਦ ਹੋ ਸਕਦਾ ਕਿਤੇ ਲੁਕ ਛੁਪ ਕੇ ਵੀ ਹੋ ਰਿਹਾ ਹੋਏ ਟਰਾਇਲ ਇਹਦਾ। ਸੋ ਵੈਕਸੀਨੇਸ਼ਨ ਦਾ ਜਿਹੜਾ ਟਰਾਇਲ ਹੈ ਨਾ ਉਹ ਉਹਨਾਂ ਨੇ ਕਈ ਚੀਜ਼ਾਂ ਅਮਿਟ ਕਰਤੀਆਂ ਨੇ, ਫਾਸਟ ਟਰੈਕ ਕਰਤਾ। ਜਦੋਂ ਉਹਦਾ ਵੈਕਸੀਨੇਸ਼ਨ ਬਣ ਗਿਆ ਫਿਰ ਦੇਖਣਾ ਕਿ ਉਹਦੀ ਇਫੈਕਟਿਵਨੈਸ ਕਿੰਨੀ ਹੈ, ਸੈਕੰਡ ਦੇਖਣਾ ਵੀ ਉਹਦੀ ਅਵੇਲੇਬਿਲਟੀ ਕਦੋਂ ਹੋਣੀ ਹੈ, ਕਿੰਨਾ ਫਿਰ ਅਵੇਲੇਬਿਲਟੀ ਹੋ ਗਈ ਫਿਰ ਕਿਹਨੂੰ ਮਿਲਣਾ, ਫਿਰ ਉਹਦਾ ਕਾਸਟ ਕਿੰਨੇ ਬੇਅਰ ਕਰਨੀ ਹੈ। ਕੈਨੇਡਾ ਵਰਗਾ ਮੁਲਕ ਤੇ ਅਮੀਰ ਮੁਲਕ ਹੈ ਤੇ ਇਹਨਾਂ ਤੇ ਕਰ ਲੈਣਾ, ਬਾਕੀ ਮੁਲਕਾਂ ਦਾ ਕੀ ਹੋਏਗਾ। ਕਿਉਂਕਿ ਇਹ ਬੜੀ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਮੈਡੀਸਨ ਦੇ ਵਿੱਚ ਇੱਕ ਸੀ ਐਂਟੀਵਾਇਰਲ ਮੈਡੀਸਨ ਰੈਮਡੈਸਿਵਿਰ, ਉਹ ਜਿਹੜੀ ਮੈਡੀਸਨ ਸੀ ਉਹ ਯੂਜ਼ ਕਰਦੇ ਸੀ ਇਬੋਲਾ ਵਾਇਰਸ ਲਈ ਤੇ ਹੋਰ ਵਾਇਰਸਿਸ ਵਾਸਤੇ, ਉਹਦਾ ਵੀ ਇਫੈਕਟਿਵਨੈਸ ਦੇਖੀ ਗਈ ਵੀ ਇਸ ਕੰਮ ਵਾਸਤੇ ਹੈਗੀ ਹੈ ਤੇ USA ਨੇ ਤਕਰੀਬਨ ਉਹ ਸਾਰੀ ਖਰੀਦ ਲਈ। ਇਹਦਾ ਮਤਲਬ ਹੈ ਵੀ ਹੋ ਸਕਦਾ ਵੀ ਜਦੋਂ ਵੈਕਸੀਨੇਸ਼ਨ ਆਇਆ, ਡਿਪੈਂਡ ਕਰਦਾ ਵੀ ਕਿੱਡੀ ਕੁ ਤੁਹਾਡੀ ਵੱਡੀ ਪਾਕਟ ਹੈ। ਸੋ ਕੈਨੇਡਾ ਤੇ ਇਹਦੇ ਮੇਰੇ ਹਿਸਾਬ ਨਾਲ ਤੇ ਪਿੱਛੇ ਨਹੀਂ ਰਹਿਣ ਵਾਲਾ। ਇਹਨਾਂ ਨੇ ਤੇ ਸਰਿੰਜਸ ਵਗੈਰਾ ਵੀ ਆਰਡਰ ਕਰ ਲਈਆਂ, ਸਾਰਾ ਕੁਝ ਇਹਨਾਂ ਨੇ ਕਰ ਲਿਆ, ਆਪਣਾ ਕੋਆਰਡੀਨੇਸ਼ਨ ਇਹਨਾਂ ਦੀ ਬਹੁਤ ਚੰਗੀ ਹੈ। ਸੋ ਵੈਕਸੀਨੇਸ਼ਨ ਇਸ ਸਟੇਜ ਤੇ ਤਿੰਨ ਕੰਪਨੀਆਂ ਅੱਗੇ ਚੱਲਦੀਆਂ ਪਈਆਂ ਨੇ ਤੇ ਹੁਣ ਦੇਖੋ ਵੀ ਕਦੋਂ ਆਉਂਦਾ। ਜੇ ਹੁਣ ਹਿਊਮਨ ਟਰਾਇਲ ਸ਼ੁਰੂ ਹੋ ਗਏ ਨੇ, ਹੋ ਸਕਦਾ ਵੀ ਜਲਦੀ ਆ ਜਾਏ, ਪਰ ਨਾਰਮਲੀ 18 ਮਹੀਨੇ ਤੋਂ 2 ਸਾਲ। ਪਰ ਇਹ ਜਿਹੜਾ ਕੰਮ ਹੈ ਨਾ, ਕਿਉਂਕਿ ਦੁਨੀਆ ਸਾਰੀ ਇੱਕਦਮ ਠੱਪ ਹੋ ਗਈ ਹੈ, ਤੁਸੀਂ ਦੇਖਣਾ ਕਿ ਕਿੰਨਾ ਫਰਕ ਪਿਆ ਕਿ ਜਿਹੜੀ ਹੈ ਨਾ ਇਹਦੇ ਨਾਲ ਕੋਵਿਡ-19 ਦੇ ਨਾਲ ਪਹਿਲੀ ਵਾਰੀ 100 ਸਾਲਾਂ ਬਾਅਦ, ਸਪੈਨਿਸ਼ ਫਲੂ ਤੋਂ ਬਾਅਦ ਪਹਿਲੀ ਵਾਰੀ ਇਹੋ ਜਿਹੀ ਗੱਲ ਆਈ ਹੈ ਜਿਹਦੇ ਵਿੱਚ ਕਿ ਸਾਰਾ ਸਿਸਟਮ ਬਦਲ ਗਿਆ। ਸੋ ਸਾਰਿਆਂ ਦਾ ਇੰਟਰਸਟ ਹੈ ਵੀ ਜਿੰਨੀ ਜਲਦੀ ਵੈਕਸੀਨੇਸ਼ਨ ਡਿਵੈਲਪ ਹੋਏ ਉਨਾ ਹੀ ਫਾਇਦਾ ਜ਼ਿਆਦਾ ਹੋਏਗਾ। ਗੱਲ ਇਹ ਹੋਣੀ ਹੈ ਕਿ ਸਵਾਲ ਤੁਹਾਡਾ ਆਪਾਂ ਪਹਿਲਾਂ ਡਿਸਕਸ਼ਨ ਕੀਤੀ ਸੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ, ਤੁਸੀਂ ਕਿਹਾ ਸੀ ਵੀ ਦੱਸੋ ਵੀ ਇਹਦੀ ਇਫੈਕਟਿਵਨੈਸ ਦਾ, ਕਿਉਂਕਿ ਇਫੈਕਟਿਵਨੈਸ ਮੈਂ ਸਮਝਦਾ ਜੀ 20, 30, 40, 50, 60% ਵੀ ਹੋਏ ਐਟਲੀਸਟ ਬੈਟਰ ਹੈ। 0 ਨਾਲ ਤੇ ਆਪਾਂ ਬੈਟਰ ਹੀ ਹਾਂ, ਕਿਹੜੀ ਸਟੇਜ ਤੇ ਆਪਾਂ ਪਹੁੰਚਾਂਗੇ। ਪਰ ਇਹ ਵੇਖਣਾ ਵੀ ਇਹ ਵੈਕਸੀਨੇਸ਼ਨ ਹੈ, 1 ਵਾਰੀ ਦੇਣਾ ਪੈਣਾ, 2 ਵਾਰੀ ਦੇਣਾ ਪੈਣਾ ਕਿ 3 ਵਾਰੀ ਦੇਣਾ ਪੈਣਾ ਕਿ ਹਰ ਸਾਲ ਦੇਣਾ ਪੈਣਾ, ਇਹ ਸਾਰੀਆਂ ਗੱਲਾਂ ਅਜੇ ਸਵਾਲ ਨੇ ਸਾਰੇ, ਇਹਨਾਂ ਦਾ ਜਵਾਬ ਕਿਸੇ ਕੋਲ ਨਹੀਂ ਹੈਗਾ। ਕਿਉਂਕਿ ਜਿਹੜਾ ਆਪਾਂ ਫਲੂ ਦਾ ਇੰਜੈਕਸ਼ਨ ਹਰ ਸਾਲ ਲਾਉਂਦੇ ਹਾਂ, ਪਰ ਟੈਟਨਸ ਦਾ ਇੰਜੈਕਸ਼ਨ ਲਾਉਂਦੇ ਹਾਂ ਹਰ 10 ਸਾਲਾਂ ਬਾਅਦ, ਟਾਈਫਾਈਡ ਦਾ ਲਾਉਂਦੇ ਹਾਂ ਹਰ 3 ਸਾਲਾਂ ਬਾਅਦ, ਹੈਪੇਟਾਈਟਸ A ਤੇ B ਦਾ ਲਾਉਂਦੇ ਹਾਂ 15 ਸਾਲਾਂ ਬਾਅਦ, ਤੇ ਕਿਉਂਕਿ ਇਮਿਊਨਿਟੀ ਬਾਡੀ ਵਿੱਚ ਬਿਲਡ ਕਰਨੀ ਹੈ। ਸੋ ਇਹ ਸਾਰੀਆਂ ਗੱਲਾਂ ਮੈਂ ਤਾਂ ਦੱਸਣਾ ਪਿਆ ਕਿ ਆਪਾਂ ਜਿਹੜਾ ਨਾ ਆਪਣੀ ਐਕਸਪੈਕਟੇਸ਼ਨ ਲੋਅਰ ਕਰ ਲਈਏ ਵੀ ਇੱਕਦਮ ਇਹ ਸਾਰਾ ਕੁਝ ਨਹੀਂ ਠੀਕ ਹੋਣਾ। ਤਾਂ ਅਲਟੀਮੇਟਲੀ ਕੀ ਹੋਣਾ ਕਿ ਜਿਹੜਾ ਕੰਮ ਹੁਣ ਕਰਨੇ ਪਿਆ, ਫॉर ਐਗਜ਼ਾਮਪਲ ਲੁੱਕ ਐਟ ਦੀ ਪਾਰਕ ਦੇ ਵਿੱਚ ਦੇਖੋ ਕਿ ਲੋਕ ਨੇ ਪਰ ਡਿਸਟੈਂਸ ਮੇਨਟੇਨ ਕੀਤਾ ਇਹਨਾਂ ਨੇ ਆਪਣਾ, 2-2 ਮੀਟਰ ਤੇ ਖੜੇ ਨੇ। ਅਮਿਤ ਸਾਡੇ ਤੋਂ 4 ਮੀਟਰ ਤੇ ਖੜਾ ਹੋਣਾ, ਅੱਜ ਤੁਸੀਂ ਮੇਰੇ ਤੋਂ 2 ਮੀਟਰ ਤੇ ਤਕਰੀਬਨ। ਤੇ ਇਸ ਤਰ੍ਹਾਂ ਹੀ ਜਿਹੜੇ ਨਾ ਜੋ ਆਫਿਸਾਂ ਵਿੱਚ ਕੰਮ ਹੋ ਰਿਹਾ ਉਹ ਵੀ ਲੋਕੀ ਇਸ ਤਰੀਕੇ ਨਾਲ ਕੰਟਰੋਲ ਕਰਦੇ ਪਏ ਨੇ। ਪਰ ਪਬਲਿਕ ਦਾ ਜਿਹੜਾ ਨਾ ਉਹਦੇ ਵਿੱਚ ਪਬਲਿਕ ਨੇ ਬੜਾ ਕੀ ਤੇ ਰੋਲ ਪਬਲਿਕ ਦਾ ਹੀ ਹੈ। ਅਫੀਸ਼ੀਅਲ ਨੇ ਤਾਂ ਤੁਹਾਨੂੰ ਗੱਲ ਦੱਸਣੀ ਹੈ, ਫੋਲੋ ਅਪ ਤੇ ਤੁਸੀਂ ਕਰਨਾ, ਤੇ ਫੋਲੋ ਅਪ ਵਿਦ ਫਿਜ਼ੀਕਲ ਡਿਸਟੈਂਸ, ਹੈਂਡ ਵਾਸ਼ਿੰਗ, ਨਾਰਮਲ ਪ੍ਰੀਕਾਸ਼ਨ ਜਿਹੜੀਆਂ ਰਿਪੀਟ ਕੀਤੀਆਂ ਨੇ ਬਾਰ-ਬਾਰ, ਉਹੀ ਠੀਕ ਨੇ। ਤੇ ਉਸ ਤੋਂ ਇਲਾਵਾ ਜਿਹੜਾ ਨੈਕਸਟ ਜਿਹੜਾ ਮੈਂ ਸਮਝਦਾ ਵੀ ਪ੍ਰੋਟੈਕਸ਼ਨ ਕਰਨੀ ਹੈ। ਫॉर ਐਗਜ਼ਾਮਪਲ ਤੁਸੀਂ ਖੜੇ ਹੋ, ਜੇ ਮੈਂ ਖੰਘਣਾ ਪਿਆ ਉਹਨੂੰ ਡ੍ਰੌਪਲੈਟ ਕਿਸ ਤਰ੍ਹਾਂ ਬੰਦ ਹੋਣਗੇ? ਜਾਂ ਤੇ ਡਿਸਟੈਂਸ ਵਧਾਵਾਂ, ਜਾਂ ਇੱਕ ਜਿਹੜੀ ਗੈਦਰਿੰਗ ਹੈ ਉਹਨੂੰ ਛੋਟੀ ਕਰੀਏ, ਗੈਦਰਿੰਗ ਦੇ ਨੰਬਰ ਕੰਟਰੋਲ ਕਰੀਏ, ਤੇ ਜਾਂ ਫਿਰ ਜਿਹੜਾ ਨੈਕਸਟ ਜਿਹੜਾ ਆਪਾਂ ਇਹ ਕੰਮ ਕਰ ਸਕਦੇ ਹਾਂ ਕਿ ਇਹਦਾ ਜਿਹੜਾ ਨਾ ਮਾਸਕ ਬਾਰੇ ਮੈਂ ਗੱਲ ਕਰਨੀ ਚਾਹੁੰਦਾ। ਜਿਹੜਾ ਮਾਸਕ ਹੈ ਉਹ ਤੁਸੀਂ ਕਿਸ ਤਰ੍ਹਾਂ ਉਹ ਪ੍ਰੋਟੈਕਸ਼ਨ ਕਰਦਾ। ਮਾਸਕ ਨੇ ਆਪਣੀ ਟਰਾਂਸਮਿਸ਼ਨ ਨੂੰ ਰੋਕਣਾ, ਕੋਈ ਬੈਰੀਅਰ ਹੀ ਹੈ। ਮਾਸਕ ਇਹ ਨਹੀਂ ਜ਼ਰੂਰੀ ਵੀ ਤੁਹਾਨੂੰ ਹੀ ਮਦਦ ਕਰੇਗਾ, ਪਰ ਤੁਸੀਂ ਹੋਰ ਕਿਸੇ ਨੂੰ ਇਨਫੈਕਸ਼ਨ ਨਾ ਦਿਓ, ਉਹਦਾ ਫਾਇਦਾ ਹੁੰਦਾ। ਸੋ ਜਿਹੋ ਜਿਹਾ ਵੀ ਤੁਹਾਨੂੰ ਮਾਸਕ ਮਿਲਦਾ, ਕਈ ਵਾਰੀ ਕਹਿ ਰਹੇ ਨੇ ਕੋਈ ਸਪੈਸ਼ਲਾਈਜ਼ ਮਾਸਕ ਹੋਏ ਜਾਂ ਬਹੁਤ ਸਾਰੀਆਂ ਗੱਲਾਂ ਹੋਣ, ਉਹਦੇ ਵਿੱਚੋਂ ਮੈਂ ਸਮਝਦਾ ਵੀ ਜਿਹੋ ਜਿਹਾ ਮਾਸਕ ਮਿਲਦਾ ਤੁਸੀਂ ਯੂਜ਼ ਕਰੋ। ਤੇ ਜਿਹੜੇ ਸਪੈਸ਼ਲਾਈਜ਼ ਮਾਸਕ ਨੇ N95 ਜਾਂ ਦੂਜੇ ਜਿਹੜੇ ਨੇ ਹੈਲਥ ਕੇਅਰ ਪ੍ਰੋਫੈਸ਼ਨਲ ਯੂਜ਼ ਕਰਦੇ ਨੇ, ਉਹਨਾਂ ਦੀ ਅਵੇਲੇਬਿਲਿਟੀ ਪਹਿਲਾਂ ਘੱਟ ਸੀ, ਪਰ ਹੁਣ ਉਹਨਾਂ ਦੀ ਅਵੇਲੇਬਿਲਿਟੀ ਵੀ ਹੋ ਗਈ ਹੈ। ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਵੀ ਇਸ ਟਾਈਮ ਦੇ ਵਿੱਚ
ਅੱਜ ਦੇ ਟਾਈਮ ਦੇ ਵਿੱਚ ਅੱਜ ਸਮਝ ਲਓ ਵੀ ਜੁਲਾਈ 15 ਦੇ ਵਿੱਚ ਇਹ ਸਿਸਟਮ ਹੈ ਅੱਜ ਦੇ ਵਿੱਚ। ਇਹਦੀ ਸਾਰੀ ਕਹਾਣੀ ਜਿਹੜੀ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ, ਇਹੋ ਗੱਲ ਇਹਦੇ ਵਿੱਚੋਂ ਕੋਈ ਦੋ ਰਾਏ ਨਹੀਂ ਹੈਗੀਆਂ। ਤੇ ਬਾਕੀ ਹੈਗਾ ਕਿ ਇੱਕ ਥੋੜੀ ਜਿਹੀ ਕੰਟਰੋਵਰਸੀ ਆਈ ਸੀ WHO ਦੇ ਰੋਲ ਬਾਰੇ, ਕਈ ਕੰਟਰੀਜ਼ ਨੇ ਪੁੱਲ ਕਰ ਲਿਆ, ਸੋ ਕਈਆਂ ਨੇ ਨਹੀਂ ਕੀਤਾ। ਸੋ ਉਹ ਆਪਣੀ ਸਿਆਸਤ ਖੇਡਦੇ ਪਏ ਨੇ। ਮੈਂ ਸਮਝਦਾ ਵੀ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਤਾਂ ਕੋਈ ਇਹਦੇ ਵਿੱਚ ਸਿਆਸਤ ਨਹੀਂ, ਉਹਨਾਂ ਨੇ ਕੋਈ ਪੋਲੀਟਿਕਸ ਨਹੀਂ ਕਰਨੀ। ਉਹਨਾਂ ਤੇ ਜੇ ਲੋਕਾਂ ਦੀ ਪ੍ਰੋਟੈਕਸ਼ਨ ਕਰਨੀ ਹੈ, ਜੇ ਉਹਨਾਂ ਨੂੰ ਇੰਨੀ ਫੰਡਿੰਗ ਮਿਲਦੀ ਪਈ ਹੈ ਤੇ ਉਹਨਾਂ ਨੂੰ ਵੈਕਸੀਨੇਸ਼ਨ ਡਿਵੈਲਪ ਕਰਕੇ ਇੱਕ ਕੋਈ ਨਾ ਕੋਈ ਬਾਡੀ ਤਾਂ ਹੁੰਦੀ ਹੈ ਇੰਚਾਰਜ, ਤੇ ਕਿਸੇ ਨੂੰ ਬਣਨਾ ਹੀ ਪੈਣਾ, ਕਿਸੇ ਨੂੰ ਤਾਂ ਫਾਲੋ ਕਰਨਾ ਹੀ ਪੈਣਾ। ਸੋ ਮੈਂ ਸਮਝਦਾ ਇਹ ਕੰਮ ਠੀਕ ਹੈ, ਉਹਦੇ ਨਾਲ ਉਹਨਾਂ ਦਾ ਜਿਹੜਾ ਨਾ ਸਾਨੂੰ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ। ਸੈਕੰਡ ਜਿਹੜਾ ਇਸ਼ੂ ਆਉਣਾ ਬਾਰ-ਬਾਰ ਪਿਛਲੇ 2 ਮਹੀਨਿਆਂ ਦੇ ਵਿੱਚ ਜਿਹੜਾ ਸੀ ਕਿ ਜਿਹੜੇ ਲੋਕ ਆਪਣੇ ਪੰਜਾਬ ਗਏ ਸੀ ਜਾਂ ਪਾਕਿਸਤਾਨ ਗਏ ਸੀ ਜਾਂ ਇੰਡੀਆ ਕਿਸੇ ਹੋਰ ਹਿੱਸੇ ਵਿੱਚ ਟਰੈਵਲ ਕਰਨ ਵਾਸਤੇ ਗਏ ਸੀ, ਉਹਨਾਂ ਲੋਕਾਂ ਵਾਸਤੇ ਬੜਾ ਮੁਸ਼ਕਲ ਸੀ ਵੀ ਵਾਪਸ ਕਿਸ ਤਰ੍ਹਾਂ ਆਉਣ। ਸਾਰੇ ਫਸ ਗਏ ਸੀ। ਤਕਰੀਬਨ ਦੇਖ ਲਓ ਹਰ ਸਾਲ 30 ਤੋਂ 35 ਹਜ਼ਾਰ ਤੇ ਆਪਣੇ ਬਜ਼ੁਰਗ ਜਾਂਦੇ ਨੇ, ਉਹ ਤੇ 5-6 ਮਹੀਨੇ ਲਾ ਕੇ ਆਉਂਦੇ ਨੇ। ਉਹਨਾਂ ਦੇ ਸਿਸਟਮ ਦਾ ਸਮਝ ਸੀ, ਆਪਣੇ ਘਰਾਂ ਵਿੱਚ ਸਨ, ਆਪਣੀਆਂ ਫੈਮਲੀਜ਼ ਕੋਲ ਸਨ, ਉਹਨਾਂ ਦੀ ਲੈਂਗੁਏਜ ਦਾ ਉਹਨਾਂ ਨੂੰ ਕੋਈ ਬੈਰੀਅਰ ਨਹੀਂ ਸੀ, ਮੈਡੀਸਨਸ ਆਪਣੀਆਂ ਨਾਲ ਲੈ ਗਏ ਸੀ। ਪਰ ਉਹਨਾਂ ਵਿੱਚੋਂ ਕਈ ਬੰਦੇ ਜਿਨ੍ਹਾਂ ਦੀਆਂ ਹੈਲਥ ਕੰਪਰੋਮਾਈਜ਼ ਹੋ ਗਈ ਜਾਂ ਉਹ ਡਰ ਗਏ ਜਾਂ ਉਹਨਾਂ ਨੂੰ ਪਰੇਸ਼ਾਨੀ ਹੋ ਗਈ, ਉਹਦੇ ਨਾਲ ਜਿਸ ਕਾਰਨ ਉਹਦੇ ਵਿੱਚੋਂ ਜਿਹੜਾ ਨਾ ਕੰਮ ਬੜਾ ਖਰਾਬ ਹੋ ਗਿਆ ਸੀ। ਸੋ ਉਸ ਟਾਈਮ ਦੇ ਵਿੱਚ ਮੈਂ ਸਮਝਦਾ ਵੀ ਕਿ ਜਿਹੜੇ ਲੋਕਾਂ ਨੂੰ ਫਲਾਈਟ ਦੇ ਵਿੱਚ ਮੁਸ਼ਕਲਾਂ ਆਈਆਂ ਨੇ ਬੜੀਆਂ, ਉਹਨਾਂ ਨੂੰ ਸੋਲਵ ਕਰਨਾ ਪੈਣਾ। ਆਉਣ ਵਾਲੇ ਸਮੇਂ ਵਿੱਚ ਵਿਚਾਰ ਕਰਨਾ ਪੈਣਾ ਕਿ ਜੇ ਕੋਈ ਡਿਜ਼ਾਸਟਰ ਹੋ ਜਾਏ ਤਾਂ ਤੁਸੀਂ ਕਿਸ ਤਰੀਕੇ ਨਾਲ ਗੱਲਬਾਤ ਕਰਨੀ ਹੈ। ਫਾਰ ਐਗਜ਼ਾਮਪਲ ਜੇ ਤੁਸੀਂ ਆਊਟਸਾਈਡ ਕੰਟਰੀ ਵਿਜ਼ਿਟ ਕਰਦੇ ਹੋ, ਅਸੀਂ ਲੋਕ ਜਦੋਂ ਜਾਂਦੇ ਹਾਂ ਬਹੁਤੇ ਰਜਿਸਟਰ ਨਹੀਂ ਸੀ ਕਰਦੇ, ਹੁਣ ਇਹ ਵੀ ਸਾਨੂੰ ਲੈਸਨ ਮਿਲ ਗਿਆ। ਸੈਕੰਡ ਇਹ ਲੈਸਨ ਮਿਲ ਗਿਆ ਵੀ ਕਿ ਜਿਹੜਾ ਇਹ ਸਾਰਾ ਕੋਈ ਤੁਹਾਡੇ ਹੱਥ ਵਿੱਚ ਨਹੀਂ ਹੈਗਾ। ਜਿਹੜੀਆਂ 에ਅਰਲਾਈਨਸ ਸੀ ਉਹਨਾਂ ਨੇ ਵੀ ਹੇਰਾਫੇਰੀ ਕੀਤੀ, ਪੈਸੇ ਨਹੀਂ ਵਾਪਸ ਕੀਤੇ। ਬਹੁਤਿਆਂ ਹੇਰਾਫੇਰੀ ਤਾਂ ਨਹੀਂ ਕਰਨਾ ਚਾਹੀਦਾ, ਸ਼ਬਦ ਠੀਕ ਨਹੀਂ ਮੇਰੇ ਵਾਸਤੇ। ਉਹਨਾਂ ਨੇ ਵੀ ਉਹ ਵੀ ਮੁਸ਼ਕਿਲ 'ਚ ਫਸੇ ਨੇ, ਉਹਨਾਂ ਨੇ ਵੀ ਚੰਗੀ ਤਰ੍ਹਾਂ ਗੱਲਬਾਤ ਨਹੀਂ ਕੀਤੀ, ਕਨਫਿਊਜ਼ਨ ਜਿਹਾ ਕ੍ਰੀਏਟ ਕਰਤਾ। ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਫਲਾਈਟਸ ਬੁੱਕ ਹੋਈਆਂ ਨੇ, ਫਲਾਈਟਸ ਪਹਿਲਾਂ ਜਿਹੜੇ ਪੰਜਾਬ ਵਾਲੀ ਸਾਈਡ ਬਾਅਦ 'ਚ ਹੋਈਆਂ ਸੀ, ਬਾਕੀ ਪਹਿਲਾਂ ਆ ਗਏ ਲੋਕ, ਉਹਦੇ 'ਚ ਵੀ ਲੋਕ ਪਰੇਸ਼ਾਨ ਹੋ ਗਏ। ਪਰ ਗੱਲ ਤਾਂ ਇਹ ਕਿ ਸਾਨੂੰ ਤਾਂ ਤੁਹਾਨੂੰ ਪਤਾ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਜੇ ਕਰਫਿਊ ਲੱਗਾ, ਜੇ ਉੱਥੇ ਲੋਕਡਾਊਨ ਹੋਇਆ ਤੇ ਟਰੈਵਲ ਕਿਸ ਤਰ੍ਹਾਂ ਕਰਨਾ, ਫਿਰ ਤੁਹਾਨੂੰ ਪਰਮਿਸ਼ਨ ਕਿਸ ਤਰ੍ਹਾਂ ਮਿਲਣੀ ਹੈ। ਜਿਹੜੀਆਂ ਫਲਾਈਟਸ ਨੇ ਗਵਰਨਮੈਂਟ ਦੇ ਥਰੂ ਆਉਂਦੀਆਂ ਨੇ, ਪਰਸਨਲ ਤੇ ਬਹੁਤ ਮੁਸ਼ਕਲ ਹੈ ਅਰੇਂਜ ਕਰਨਾ। ਵੈਰੀ ਰੇਅਰਲੀ ਤੁਸੀਂ ਕਰ ਸਕਦੇ ਹੋ ਜੇ ਤੁਹਾਡੇ ਕੋਲ ਜ਼ਿਆਦਾ ਰਿਸੋਰਸਿਸ ਨੇ ਚਾਰਟਰ ਫਲਾਈਟਸ ਕਰਨੀਆਂ। ਪਰ ਜਦੋਂ ਤੁਸੀਂ 20-25 ਹਜ਼ਾਰ ਬੰਦਾ ਵਾਪਸ ਲੈ ਕੇ ਆਉਣਾ ਤੇ 에ਅਰਲਾਈਨ ਕੋਈ ਨਾ ਕੋਈ ਅਥੈਂਟਿਕ ਹੋਣੀ ਚਾਹੀਦੀ ਹੈ, ਤੇ ਕੋਈ ਨਾ ਕੋਈ ਜਿਹੜਾ ਇਸ਼ੂਜ਼ ਨਾ ਖੜੇ ਹੋ ਜਾਣ। ਤੁਸੀਂ ਫਲਾਈ ਜ਼ੋਨ ਕਰਨਾ, ਕਿੱਥੋਂ ਜਾਣਾ, ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਇੰਸ਼ੋਰੈਂਸ ਦੀ ਪ੍ਰੋਬਲਮ ਹੈ, ਮੁਲਕਾਂ ਦੇ ਵਿੱਚ ਟਰਬਲ ਖੜੀ ਹੋ ਸਕਦੀ ਹੈ। ਸੋ ਉਹ ਗੱਲਾਂ ਜਿਹੜੀਆਂ ਨਾ ਸਾਡੇ ਲੋਕਾਂ ਨੂੰ ਆਪ ਸਿੱਖਣੀਆਂ ਪੈਣੀਆਂ ਨੇ ਕਿ ਅਸੀਂ ਜਿਹੜਾ ਕੋਈ ਡਿਜ਼ਾਸਟਰ ਫਿਊਚਰ ਵਾਸਤੇ ਵੀ ਜੇ ਇਹੋ ਜਿਹੀ ਮੁਸ਼ਕਲ ਆਉਂਦੀ ਹੈ ਤੇ ਆਪਣੀ ਰਜਿਸਟ੍ਰੇਸ਼ਨ ਕਰਾਈਏ, ਸਿਸਟਮ ਦੇ ਵਿੱਚ ਜਿਹੜਾ ਰਹਿ ਕੇ ਉਹਦੇ ਬਾਰੇ ਦੇਖੀਏ ਕਿ ਕਿਹੜੀ ਚੀਜ਼ ਆਪਾਂ ਠੀਕ ਕਰ ਸਕਦੇ ਹਾਂ। ਪਲੱਸ ਜਿਸ ਕਾਰਨ ਇੱਕ ਸਾਨੂੰ ਬੜਾ ਹੀ ਸਮਝਣ ਵਾਲੀ ਗੱਲ ਚਾਹੀਦੀ ਹੈ ਕਿ ਜਦੋਂ ਅਸੀਂ ਕਿਤੇ ਟਰੈਵਲ ਕਰਨੇ ਆ, ਐਨਫ ਮੈਡੀਸਨ ਸਾਡੇ ਕੋਲ ਹੋਣ ਕਿ ਜੇ ਅਸੀਂ 5 ਮਹੀਨੇ ਦਾ ਪ੍ਰੋਗਰਾਮ ਹੈ ਤੇ 5 ਮਹੀਨਿਆਂ ਦੀ ਹੀ ਮੈਡੀਸਨ ਕੋਲ ਹੋਏ। ਐਟਲੀਸਟ ਤੁਹਾਡੇ ਕੋਲ ਹਫ਼ਤਾ 2 ਹਫ਼ਤੇ ਤੁਹਾਡੇ ਕੋਲ ਹੋਏ ਟਰੈਵਲ ਕਰਨ ਦੇ ਟਾਈਮ ਦੇ ਵਿੱਚ। ਫਿਰ ਉੱਥੇ ਮੈਡੀਸਨ ਨਹੀਂ ਸੀ ਮਿਲਦੀ, ਫਿਰ ਉਹਨਾਂ ਦੀ ਫੈਮਲੀਜ਼ ਵਿੱਚ ਬੜੀਆਂ ਪਰੇਸ਼ਾਨ ਹੋ ਗਈਆਂ। ਜਦੋਂ ਪਰੇਸ਼ਾਨੀ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਹੋ ਗਿਆ, ਸੋ ਕਾਫੀ ਲੋਕਾਂ ਨੂੰ ਤਕਲੀਫ ਹੋਈ ਹੈ ਤੇ ਕਈਆਂ ਨੂੰ ਅਨਨੈਸੈਸਰਲੀ ਤਕਲੀਫ ਹੋਈ ਹੈ ਜਿਨ੍ਹਾਂ ਨੂੰ ਹੋਣੀ ਨਹੀਂ ਸੀ ਚਾਹੀਦੀ। ਤੇ ਕਈਆਂ ਨੂੰ ਫਿਰ ਪਹਿਲਾਂ ਭੁਲੇਖਾ ਆ ਗਿਆ ਵੀ ਸਿਟੀਜ਼ਨ ਨੇ ਆਉਣਾ, ਫਿਰ ਕਹਿੰਦੇ PR ਵਾਲੇ ਵੀ ਆ ਸਕਦੇ ਨੇ, ਫਿਰ ਫੈਮਿਲੀ ਸਪਲਿਟ ਹੋ ਗਈਆਂ। ਸੋ ਕਈ ਕੁਝ ਕਰਨ ਦੇ ਬਾਵਜੂਦ ਫਿਰ ਵੀ ਸਰਕਾਰ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ, ਪਰ 100% ਦੇ ਕੰਮ ਐਡਾ ਵੱਡਾ ਮੈਸ ਜਿਹੜੀ ਇਵੈਕੂਏਸ਼ਨ ਹੈ ਡਿਫਰੈਂਟ ਪਾਰਟਸ ਆਫ ਦੇ ਕੰਟਰੀ ਵਿੱਚ, ਸਪੈਸ਼ਲੀ ਉਸ ਮੁਲਕ ਵਿੱਚ ਜਿੱਥੇ ਸਾਰਾ ਲਾਕਡਾਊਨ ਹੋਇਆ, ਪ੍ਰੋਵਿੰਸ ਜਿੱਥੇ ਸਾਰਾ ਲਾਕਡਾਊਨ ਸੀ, ਜਿੱਥੇ ਤੁਸੀਂ ਪਿੰਡ ਤੋਂ ਪਿੰਡ ਨਹੀਂ ਜਾ ਸਕਦੇ। ਉਹਨਾਂ ਤੇ ਮਾਰ ਕਰਤਾ ਸੀ ਬਾਹਰ, ਘਰਾਂ ਦੇ ਬਾਹਰ ਵੀ ਇਸ ਘਰ ਦੇ ਵਿੱਚ ਇਹ ਬੰਦਾ ਕੈਨੇਡਾ ਤੋਂ ਆਇਆ, USA ਤੋਂ ਆਇਆ, ਆਸਟ੍ਰੇਲੀਆ ਤੋਂ ਆਇਆ, ਤੇ ਉਹ ਤੇ ਇੱਕ ਕਿਸਮ ਦੀ ਜਿਸ ਤਰ੍ਹਾਂ ਨਾ ਬੜੀ ਪਰੇਸ਼ਾਨੀ ਵਾਲੀ ਗੱਲ ਹੋ ਗਈ ਸੀ। ਸੋ ਸਾਰੀਆਂ ਗੱਲਾਂ ਦੇ ਵਿੱਚੋਂ ਇਹਦੇ ਵਿੱਚੋਂ ਇੱਕੋ ਹੀ ਸਿੱਖਿਆ ਮਿਲਦੀ ਹੈ ਵੀ COVID-19 ਨੇ ਇਹੋ ਜਿਹਾ ਚੱਕਰ ਪਾਇਆ ਕਿ ਸਾਰਿਆਂ ਨੂੰ ਸਿਖਾਤਾ, ਰਹਿਣਾ ਸਿਖਾਤਾ, ਥੋੜ੍ਹਾ ਜਿਹਾ ਸਾਨੂੰ ਦੱਸਦਾ ਵੀ ਆਪਾਂ ਨੇ ਟਰੈਵਲ ਕਿਸ ਤਰ੍ਹਾਂ ਕਰਨਾ, ਆਪਣਾ ਇਸ ਤੋਂ ਇਲਾਵਾ ਜਿਹੜਾ ਆਪਣੀ ਸਿਹਤ ਦਾ ਕਿਸ ਤਰ੍ਹਾਂ ਧਿਆਨ ਰੱਖਣਾ, ਤੇ ਕੀ ਜਿਹੜਾ ਪਾਰਟ ਹੈ ਸਿਹਤ ਨੂੰ ਫਿਜ਼ੀਕਲੀ ਫਿਟ ਰੱਖਣਾ, ਜਿਹਨਾਂ ਲੋਕਾਂ ਨੂੰ ਖਾਸ ਕਰਕੇ ਉਮਰ ਵੱਧ ਜਾਂਦੀ ਹੈ। ਹੁਣ ਮੈਂ 66 ਸਾਲ ਦਾ, ਜੇ ਮੈਂ ਖਾਈ ਜਾਣਾ ਰੋਜ਼ 8 ਵਾਰੀ ਤੇ ਮੈਂ ਤਾਂ ਨਹੀਂ ਠੀਕ ਹੋਣਾ।
ਜੇ ਮੈਨੂੰ ਸ਼ੂਗਰ ਦੀ ਪ੍ਰੋਬਲਮ ਹੈ, ਇਹਨੂੰ ਕੋਲੈਸਟਰੋਲ ਦੀ ਪ੍ਰੋਬਲਮ ਹੈ, ਤੇ ਮੇਰਾ ਅੱਖਾਂ ਤੇ ਹੱਥ ਤੇ ਮੇਰਾ ਹੀ ਕੰਟਰੋਲ ਹੈ, ਤੇ ਆਪਾਂ ਨੂੰ ਕੰਟਰੋਲ ਕਰਨਾ ਪੈਣਾ। ਵੈਕਸੀਨੇਸ਼ਨ ਹਰ ਸਾਲ ਅਪ ਟੂ ਡੇਟ ਰੱਖਣਾ ਮੇਰਾ ਕੰਮ ਹੈ, ਕਿਸੇ ਹੋਰ ਦਾ ਤਾਂ ਨਹੀਂ। ਗੁਆਂਢੀ ਤਾਂ ਨਹੀਂ ਆ ਕੇ ਕਹਿਣਾ ਵੀ ਵੈਕਸੀਨੇਸ਼ਨ ਲਵਾਓ। ਸੋ ਸਾਰਿਆਂ ਨੂੰ ਚਾਹੀਦਾ ਆਪਣਾ ਵੈਕਸੀਨੇਸ਼ਨ ਰੱਖਣ ਅਪ ਟੂ ਡੇਟ। ਆਪਣਾ ਜਿਹੜੇ ਬਜ਼ੁਰਗ ਨੇ ਨਿਮੋਨੀਆ ਦਾ ਇੰਜੈਕਸ਼ਨ ਲਵਾਉਣ, ਹਰ ਸਾਲ ਫਲੂ ਦਾ ਇੰਜੈਕਸ਼ਨ ਲਵਾਉਣ। ਇਸ ਤੋਂ ਸਿਵਾ ਜਿਹੜਾ ਆਪਣਾ ਟੈਟਨਸ ਦਾ ਇੰਜੈਕਸ਼ਨ ਲਵਾਉਣ, ਅਪ ਟੂ ਡੇਟ ਰੱਖਣ। ਫਿਰ ਜਦੋਂ ਤੁਸੀਂ ਜਾਣਾ ਆਪਣੀ ਮੈਡੀਸਨ ਰੱਖੋ ਅਪ ਟੂ ਡੇਟ। ਅਤੇ ਜਦੋਂ ਵੀ ਹੁਣ ਵੈਕਸੀਨੇਸ਼ਨ ਆਉਣਾ ਇਹਦੇ ਵਾਸਤੇ ਕੋਵਿਡ-19 ਵਾਸਤੇ, ਉਸ ਵੈਕਸੀਨੇਸ਼ਨ ਨੂੰ ਨਾ ਕਰਿਓ। ਜਦੋਂ ਤੁਹਾਡੀ ਵਾਰੀ ਆਉਂਦੀ ਆਪਣੀ ਵਾਰੀ ਲੈ ਕੇ, ਤੇ ਉਸ ਚੀਜ਼ ਨੂੰ ਜਿਹੜਾ ਵੈਕਸੀਨੇਸ਼ਨ ਜਿਹੜਾ ਨਾ ਬੜਾ ਇੰਪੋਰਟੈਂਟ ਹੈ ਕਿ ਤੁਹਾਡੀ ਜਿਹੜੀ ਨਾ ਉਹਦੇ ਨਾਲ ਤੁਹਾਡੀ ਪ੍ਰੋਟੈਕਸ਼ਨ ਹੋਏਗੀ। ਸੋ ਇਹ ਸਾਰੀਆਂ ਗੱਲਾਂ ਤੋਂ ਇੱਕੋ ਗੱਲ ਮਿਲਦੀ ਹੈ ਕਿ ਕੰਪੈਰੀਜ਼ਨ ਦੇਖੋ ਨਾ। 19 ਹੋ ਗਏ 100 ਸਾਲ ਹੋ ਗਿਆ ਸਪੈਨਿਸ਼ ਫਲੂ ਆਇਆ, ਉਹ ਤਾਂ ਨਾ ਹੀ ਗਲਤ ਮਿਲਿਆ, ਸਪੇਨ ਤੋਂ ਨਹੀਂ ਚੱਲਿਆ ਤੇ ਕਿਸੇ ਹੋਰ ਜਗ੍ਹਾ ਦੇ ਵਿੱਚ ਸੀ, ਤੇ ਉਹ ਕਿਸੇ ਤਰੀਕੇ ਨਾਲ ਸਪੈਨਿਸ਼ ਉਹਨੂੰ ਨਾਂ ਦੇ ਦਿੱਤਾ ਗਿਆ। ਫਿਰ ਉਹ ਜਦੋਂ ਪਹਿਲੀ ਉਹਦੀ ਵੇਵ ਆਈ ਬੜੀ ਥੋੜ੍ਹੀ ਸੀ, ਸੈਕਿੰਡ ਵੇਵ 'ਚ ਉਹਨੇ ਸਤਿਆਨਾਸ਼ ਕਰਤਾ, ਕਿਉਂਕਿ ਸਿਸਟਮ ਨਹੀਂ ਸੀ ਉਦੋਂ ਤਿਆਰ। ਆਪਾਂ 100 ਸਾਲ ਪਹਿਲਾਂ ਦੀ ਕੰਪੈਰੀਜ਼ਨ ਨਹੀਂ ਕਰ ਸਕਦੇ, ਪਾਪੂਲੇਸ਼ਨ ਦੀ ਕੰਪੈਰੀਜ਼ਨ ਨਹੀਂ ਕਰ ਸਕਦੇ। ਹੈਲਥ ਕੇਅਰ ਸਿਸਟਮ ਬੜਾ ਇਵੋਲਵਡ ਹੋ ਗਿਆ, ਉਹਦੀ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ। ਟਰੈਵਲ ਦਾ ਸਿਸਟਮ ਸਾਰਾ ਬਦਲ ਗਿਆ, ਉਹਨੂੰ ਕੰਪੇਅਰ ਨਹੀਂ ਕਰ ਸਕਦੇ। ਜੇ ਇਸ ਵਾਇਰਸ ਦਾ ਟਾਈਮ ਸਿਰ ਰੋਕਥਾਮ ਨਾ ਕਰਦੇ, ਤੇ ਜਿਸ ਤਰ੍ਹਾਂ ਐਵਰੇਜ ਜਿਹੜਾ ਨਾ ਹਰ ਸਾਲ ਤਕਰੀਬਨ 250 ਤੋਂ 300 ਮਿਲੀਅਨ ਲੋਕ ਦੁਨੀਆ ਟਰੈਵਲ ਕਰਦੇ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਤੇ ਜਦੋਂ ਟਰੈਵਲ ਕਰਨਾ, ਤੁਸੀਂ ਇੱਕ ਦੂਜੇ ਨਾਲ ਸੀਟ 'ਤੇ ਬੈਠੇ ਹੋ, ਤੇ ਪ੍ਰੋਬਲਮ ਤਾਂ ਆਉਣੀ ਹੈ ਟਰੈਵਲ ਦੇ ਵਿੱਚ। ਤੇ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਜਾਂਦੇ ਹੋ, ਬਾਹਰ ਜਾਂਦੇ ਹੋ, ਪਬਲਿਕ ਵਿੱਚ ਜਾਂਦੇ ਹੋ, ਕਿਸੇ ਨੂੰ ਮਿਲਣ ਜਾਂਦੇ ਹੋ, ਟਰੈਵਲ ਕਰਦੇ ਹੋ, ਕੋਈ ਪਾਰਟੀ 'ਤੇ ਜਾ ਰਹੇ ਹੋ, ਕੋਈ ਫੰਕਸ਼ਨ 'ਤੇ ਜਾ ਰਹੇ ਹੋ, ਉਹਦਾ ਵੀ ਅਸਰ ਪੈਣਾ ਹੀ ਪੈਣਾ। ਸੋ ਇਸ ਚੀਜ਼ ਤੋਂ ਆਪਾਂ ਨੂੰ ਜਿਹੜਾ ਇਹ ਵੀ ਬੜਾ ਅਸਰ ਪਿਆ। ਸੈਕਿੰਡ ਜਿਹੜਾ ਐਜ਼ ਏ ਕਮਿਊਨਿਟੀ ਮੈਂ ਸਮਝਣਾ ਵੀ ਇੱਕ ਸਾਡੇ ਵਾਸਤੇ ਇੱਕ ਨਵੀਂ ਗੱਲ ਹੋਈ ਹੈ। ਅਸੀਂ ਲੋਕ ਤਾਂ ਮਿਲਣੇ ਪਹਿਲਾਂ ਜੱਫੀ ਬਾਅਦ 'ਚ ਪਾਉਣੇ ਉਸੇ ਵਕਤ ਹੀ, ਸਾਡਾ ਇਹ ਕਲਚਰ ਇਸ ਹਿਸਾਬ ਨਾਲ ਰਿਹਾ। ਪਰ ਜਿਹੜਾ ਹੁਣ ਤਰੀਕਾ ਹੈਗਾ ਵੀ ਦੂਰੋਂ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਕਰਨਾ ਅਤੇ ਗੁੱਡ ਈਵਨਿੰਗ, ਉਹ ਹੁਣ ਠੀਕ ਹੈ। ਗੈਦਰਿੰਗ ਦੀ ਜਿਹੜੀ ਨਾ ਉਹਦੀ ਟੋਟਲ ਕੁਆਂਟੀਟੀ ਘੱਟ ਗਈ। ਹੁਣ ਦੇਖੋ ਨਾ, ਇਹ ਭਰਿਆ ਹੁੰਦਾ ਸੀ, ਹੁਣ ਇੱਥੇ ਬੰਦੇ ਬਹੁਤ ਘੱਟ ਨੇ। ਫਾਰ ਐਗਜ਼ਾਮਪਲ ਤੁਸੀਂ ਗੁਰੂ ਘਰ ਵੀ ਜਾਓ ਤੇ ਬੰਦੇ ਬਹੁਤ ਘੱਟ ਹੁੰਦੇ ਨੇ। ਮੋਸਟਲੀ ਆਨਲਾਈਨ ਸਾਰਾ ਕੁਝ ਹੋ ਰਿਹਾ। ਜਿਹੜੀਆਂ ਸੀ ਆਪਣੀਆਂ ਇੰਗੇਜਮੈਂਟ ਪਾਰਟੀਜ਼ ਉਹ ਵੀ ਘੱਟ ਗਈਆਂ, ਉਹਨਾਂ ਦੀ ਪਰਸੈਂਟੇਜ ਵੀ ਘੱਟ ਗਈ। ਸਾਰਾ ਕੁਝ ਜਿਹੜਾ ਨਾ ਬਦਲਣਾ ਪਿਆ। ਵੱਡੇ ਸਾਡੇ ਹਾਲ ਸੀ ਬਿਜ਼ਨਸ, ਉਹਨਾਂ 'ਤੇ ਬੜਾ ਅਸਰ ਪਿਆ। ਸੋ ਇੱਕ ਜਿਹੜਾ ਨੈਕਸਟ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਵੀ ਇਹ ਕੋਵਿਡ-19 ਨੇ ਇਹ ਜਿਹੜੀ ਸਾਡੀ ਫਿਜ਼ੀਕਲ ਹੈਲਥ 'ਤੇ ਅਸਰ ਕੀਤਾ, ਸਾਡੀ ਇਕਨੋਮਿਕ ਜਿਹੜੀ ਵੈਲਬੀਇੰਗ ਉਹਦੇ 'ਤੇ ਬਹੁਤ ਵੱਡਾ ਅਸਰ ਹੋਇਆ। ਥਰਡ ਸਾਡੀ ਮੈਂਟਲ ਹੈਲਥ 'ਤੇ ਬੜਾ ਵੱਡਾ ਅਸਰ ਹੋਇਆ। ਇਸ ਤੋਂ ਵੱਡਾ ਤਾਂ ਕੋਈ ਹੋ ਨਹੀਂ ਸਕਦਾ ਵੀ ਤੁਸੀਂ ਜਿੰਨਾ ਇੱਕ ਟਾਈਮ ਸੀ ਵੀ ਲੋਕ ਇੱਕ ਦੂਜੇ ਤੋਂ ਬਿਨਾਂ ਰਹਿੰਦੇ ਨਹੀਂ ਸੀ, ਹੁਣ ਟਾਈਮ ਇੱਕ ਦੂਜੇ ਨੂੰ ਮਿਲਣਾ ਨਹੀਂ ਸੀ ਚਾਹੁੰਦੇ। ਦੂਰੋਂ ਬਾਹਰੋਂ ਹੀ ਸਤਿ ਸ਼੍ਰੀ ਅਕਾਲ ਬੁਲਾ ਕੇ ਭੱਜ ਜਾਣਾ। ਪਰ ਲੋਕਾਂ ਨੇ ਜਨਮ ਦਿਨ ਮਨਾਏ ਨੇ, ਬਾਹਰੋਂ ਹੀ ਘੰਟੀਆਂ ਖੜਕਾ ਕੇ ਚਲੇ ਜਾਣਾ। ਸੋ ਇਹ ਸਾਰਾ ਕੁਝ ਅਡਾਪਟ ਕਰਨਾ ਪਿਆ। ਪਰ ਇਕਨੋਮਿਕ ਜਿਹੜੀ ਕੰਡੀਸ਼ਨ ਹੈ ਉਹਦੇ 'ਤੇ ਕਿੰਨਾ ਵੱਡਾ ਅਸਰ ਪਿਆ। ਜਸਟ ਇਮੈਜਿਨ ਵੀ ਕਦੀ ਸੋਚਿਆ ਸੀ, ਕਦੀ ਤੁਹਾਡੇ ਦਿਮਾਗ 'ਚ ਆਇਆ ਸੀ ਐਜ਼ ਏ ਜਰਨਲਿਸਟ ਤੁਸੀਂ ਹੁਣ ਕਿੰਨੀ ਦੇਰ ਤੋਂ ਪੜ੍ਹਾਉਂਦੇ ਵੀ ਹੋ, ਪੜ੍ਹੇ ਵੀ ਹੋ, ਸਾਰਾ ਕੁਝ ਤੁਹਾਨੂੰ ਸਿਸਟਮ ਦਾ ਪਤਾ। ਅਤੇ ਲੋਕੀ ਕਦੀ ਇਹ ਵੇਖਿਆ ਸੀ ਵੀ ਆਪ ਕੰਟਰੀ ਵਾਲੇ ਸਾਰਾ ਸ਼ਟ ਡਾਊਨ ਹੀ ਕਰ ਦੇਣ। ਕੋਲੈਕਟਿਵਲੀ 7-8 ਕੰਟਰੀ ਨੇ ਪਹਿਲਾਂ ਜਿਹੜੇ ਦੁਨੀਆ ਵਿੱਚ ਕਾਮਯਾਬ ਕੰਟਰੀ ਨੇ ਉਹਨਾਂ ਨੇ ਸ਼ਟ ਡਾਊਨ ਕੀਤਾ। ਫਿਰ ਹੁਣ ਉਹਨੂੰ ਸਿਸਟਮ ਨੂੰ ਖੋਲ੍ਹਣਾ ਕਿਸ ਤਰ੍ਹਾਂ ਉਹ ਵੇਖਣਾ ਪੈਣਾ। ਸੋ ਉਹਦਾ ਬੜਾ ਅਸਰ ਪਿਆ ਲੋਕਾਂ ਨੂੰ। ਫਿਰ ਘਰ ਦੇ ਵਿੱਚ ਇਕੱਠੇ ਰਹਿ ਗਏ, ਜਿਹੜੇ ਇਕੱਠੇ ਨਹੀਂ ਸੀ ਰਹਿੰਦੇ ਉਹਨਾਂ ਨੂੰ ਰਹਿਣਾ ਪਿਆ। ਇੱਕ ਦੂਜੇ ਨਾਲ ਅਡਾਪਟ ਕਰਨਾ ਪਿਆ, ਇੱਕ ਦੂਜੇ ਨਾਲ ਸਮਝਣਾ ਪਿਆ। ਸੋ ਉਹ ਬੜਾ ਇਹ ਸਾਰੀ ਸੋਸ਼ਲ ਜਿਹੜੀ ਚੇਂਜ ਹੈ ਨਾ, ਇਹ ਬੜੀ ਵੱਡੀ ਚੇਂਜ ਆਈ। ਅਡਾਪਟ ਕਰਨਾ ਪੈਣਾ। ਆਦਤ ਹੈ 2-3 ਹਫ਼ਤਿਆਂ 'ਚ ਬੰਦੇ ਦੀ ਆਦਤ ਬਦਲ ਜਾਂਦੀ ਹੈ। ਸੋ ਮੈਂ ਸਮਝਦਾ ਵੀ ਇਹ ਸਾਰਾ ਜਿਹੜਾ ਨਾ ਕੋਵਿਡ-19 ਨੇ ਸਾਨੂੰ 2020 ਦੇ ਵਿੱਚ ਬੜਾ ਆਪਣੇ ਆਪ ਦਾ ਇੱਕ ਕਿਸਮ ਦਾ ਹੋ ਸਕਦਾ ਕਰੈਕਸ਼ਨ ਹੋਏ। ਕੋਈ ਇਹਦੇ ਬਾਰੇ ਹਰ ਤਰ੍ਹਾਂ ਦੇ ਲੋਕਾਂ ਦੇ ਆਪਣੇ ਵਿਚਾਰ ਨੇ ਕਿ ਕਿਸ ਤਰ੍ਹਾਂ ਇਹਦੇ ਮਗਰ ਇਹਦੇ ਕਿਸ ਤਰ੍ਹਾਂ ਚੱਲੀ ਹੈ। ਪਰ ਜਿਹੜੀ ਸਾਇੰਸ ਹੈ ਉਹਨੂੰ ਆਪਾਂ ਪੋਲੀਟੀਕਲ ਰੰਗ ਦੇ ਕੇ ਅਤੇ ਗਲਤ ਕਰਨੇ ਆ ਗੱਲ। ਜਦੋਂ ਇਸੇ ਕਰਕੇ ਹੀ ਕੈਨੇਡਾ ਦੇ ਵਿੱਚ ਜਾਂ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਜੇ ਕੋਈ ਵੀ ਗੌਰਮੈਂਟ ਸੋਚਦੀ ਹੈ ਵੀ ਜੀ ਉਹਨਾਂ ਦੀ ਕਾਬਲੀਅਤ ਨਾਲ ਇਹ ਕੰਮ ਹੋਇਆ, ਅਤੇ ਉਹ ਬੜਾ ਮਿਸਰੀਡ ਕਰਨਗੇ ਇਸ ਚੀਜ਼ ਨੂੰ। ਇਹ ਸਿਰਫ ਸਾਇੰਸਦਾਨ ਜਾਂ ਜਿਹੜੇ ਸਾਇੰਟਿਸਟ ਪ੍ਰੋਫੈਸ਼ਨਲ ਸੀ ਉਹਨਾਂ ਨੇ
ਗਵਰਨਮੈਂਟਸ ਨੂੰ ਗਾਈਡ ਕੀਤਾ। ਗਵਰਨਮੈਂਟ ਦੀ ਇੱਕੋ ਹੀ ਚੰਗੀ ਗੱਲ ਹੋਈ, ਉਹਨਾਂ ਨੇ ਫੋਲੋ ਕੀਤਾ ਉਹਨਾਂ ਨੂੰ, ਤੇ ਇਸ ਕਰਕੇ ਸਿਸਟਮ ਆਪਣਾ ਠੀਕ ਹੈ। ਪਰ ਸੈਕੰਡ ਵੇਵ ਹੋਣ ਦੇ ਵੀ ਚਾਂਸਸ ਨੇ, ਸੋ ਵੀ ਨੀਡ ਟੂ ਬੀ ਵੈਰੀ ਕੇਅਰਫੁਲ। ਇਹ ਤਾਂ ਕੋਈ ਕੰਮ ਤੇ ਅਜੇ ਖਤਮ ਨਹੀਂ ਹੋਇਆ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਤੁਸੀਂ ਬਹੁਤ ਵਿਸਥਾਰ ਦੇ ਵਿੱਚ ਸਾਨੂੰ ਕੋਵਿਡ-19 ਬਾਰੇ ਹੁਣ ਤੱਕ ਦੀਆਂ ਅਪਡੇਟਸ ਆਪਣੇ ਨਜ਼ਰੀਏ ਤੋਂ ਸਾਨੂੰ ਜਿਹੜੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਧੰਨਵਾਦ ਜਸਕਰਨ। ਮੈਂ ਚਾਹੁੰਦਾ ਵੀ ਆਪਾਂ ਇਹੋ ਜਿਹੀ ਵਾਰਤਾਲਾਪ ਕਰਦੇ ਰਹੀਏ ਜੀ ਤਾਂ ਕਿ ਜਿਹੜਾ ਨਾ ਇਨਫੋਰਮੇਸ਼ਨ ਹੀ ਹੈ ਲੋਕਾਂ ਦੀ ਨੌਲੇਜ ਵਧਾ ਰਹੇ ਹਾਂ, ਤਾਂ ਕਿ ਉਹਨਾਂ ਨੂੰ ਕੋਈ ਗਲਤ ਗੱਲ ਨਾ ਕਿ ਕੋਈ ਕਿਸੇ ਕਿਸਮ ਦੀ ਉਹਨਾਂ 'ਤੇ ਗਲਤ ਫਹਿਮੀ ਨਾ ਰਹਿ ਜਾਣਾ ਦਿਮਾਗ ਦੇ ਵਿੱਚ, ਤੇ ਨਾਲੇ ਕੋਈ ਡਰ ਨਾ ਰਹਿ ਜੇ, ਤੇ ਬਲੇਮਿੰਗ ਗੇਮ ਨਾ ਹੋ ਜਾਏ ਵੀ ਕਿਹਦਾ ਕਸੂਰ ਹੈ, ਕਿਸੇ ਦਾ ਕਸੂਰ ਨਹੀਂ। ਇਹਦੇ ਵਿੱਚੋਂ ਸਿਸਟਮ ਦੇ ਵਿੱਚ ਆਪਾਂ ਨੂੰ ਰਲ ਮਿਲ ਕੇ ਇੱਕ ਦੂਜੇ ਦੀ ਮਦਦ ਕਰਨੀ ਪੈਣੀ ਹੈ, ਨਾ ਕਿਸੇ ਸਰਕਾਰ ਦਾ ਨੁਕਸ ਇਹਦੇ ਵਿੱਚ, ਨਾ ਕਿਸੇ ਕੰਟਰੀ ਨੇ ਗੇਮ ਪਲੇ ਕੀਤੀ ਹੈ। ਸਿਸਟਮ ਦੇ ਵਿੱਚ ਜਦੋਂ ਆਪਾਂ ਹੁੰਦੇ ਹਾਂ ਸਾਨੂੰ ਇੱਕ ਦੂਜੇ ਨਾਲ ਐਡਜਸਟ ਕਰਨਾ ਪੈਂਦਾ, ਤੇ ਇਹਦੇ ਵਿੱਚੋਂ ਮੈਂ ਸਮਝਦਾ ਵੀ ਜਿਹੜੀਆਂ 에ਅਰਲਾਈਨਸ ਨੇ ਜਾਂ ਦੂਜੀਆਂ ਨੇ ਆਰਗੇਨਾਈਜੇਸ਼ਨਸ ਨੇ, ਉਹਨਾਂ ਨੂੰ ਚਾਹੀਦਾ ਥੋੜ੍ਹੇ ਜਿਹੇ ਮੋਰ ਅਕੋਮੋਡੇਸ਼ਨ ਕਰਨ ਆਪਣੀ, ਕਿਉਂਕਿ ਉਹਨਾਂ ਨੂੰ ਬਦਲਣਾ ਪੈਣਾ। ਜਿਨ੍ਹਾਂ ਲੋਕਾਂ ਨੇ ਟਿਕਟਾਂ ਖਰੀਦੀਆਂ ਸੀ ਉਹ ਕਿੱਥੇ ਜਾਣ? ਇੱਕ ਬੰਨੇ ਤੁਸੀਂ ਪੈਸੇ ਆਪਾਂ ਟਿਕਟ ਪਹਿਲਾਂ ਲਈ ਸੀ, ਫਿਰ ਤੁਸੀਂ ਪੈਸੇ ਹੋਰ ਖਰਚੇ ਨੇ। ਸੋ ਲੋਟ ਆਫ ਥਿੰਗਸ ਆਪਾਂ ਨੂੰ ਸੋਚਣਾ ਪੈਣਾ। ਪਰ ਜਿਹੜੀ ਵਾਇਰਸ ਹੈ ਅਜੇ ਗਈ ਨਹੀਂ, ਠੰਡੀ ਹੋਈ ਹੈ, ਤੇ ਆਪਾਂ ਇਹਨੂੰ ਠੰਡੇ ਕੀ ਆਂਦੇ ਨੇ ਬਸਤੇ ਜੀ ਪਾਈ ਹੈ, ਇਹਨੂੰ ਅਜੇ ਵਾਚ ਕਰਨਾ ਪੈਣਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ। ਥੈਂਕ ਯੂ ਅਗੇਨ। ਦੋਸਤੋ, ਅਸੀਂ ਗੱਲਬਾਤ ਕੀਤੀ ਡਾਕਟਰ ਗੁਲਜ਼ਾਰ ਸਿੰਘ ਚੀਮਾ ਉਹਨਾਂ ਦੇ ਨਾਲ। ਵਿਸਥਾਰ ਦੇ ਵਿੱਚ ਉਹਨਾਂ ਨੇ ਕੋਵਿਡ-19 ਬਾਰੇ ਸਾਨੂੰ ਜਾਣਕਾਰੀ ਦਿੱਤੀ, ਸਾਨੂੰ ਦੱਸਿਆ। ਸੋ ਅੱਜ ਦੀ ਗੱਲਬਾਤ ਅਸੀਂ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫੇਰ ਹਾਜ਼ਰ ਹੋਵਾਂਗੇ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।